ਮੈਂ ਇੱਕ ਪਤਨੀ ਦੇ ਰੂਪ ਦੇ ਵਿੱਚ ਫਿਰ ਹੁੰਦੇ ਹੋਏ ਫਿਰ ਮੈਂ ਇੱਕ ਟੀਚਰ ਵੀ ਅਧਿਆਪਕਾ ਬਣੀ ਆ, ਇੱਕ ਸਫਲ ਅਧਿਆਪਕਾ ਰਹੀ ਆ। ਮੈਨੂੰ ਆਪਣੇ ਆਪ ਦੇ ਉੱਤੇ ਮਾਣ ਹੈ। ਸਮਝ ਲਓ ਕਿ ਜਿਸ ਤਰ੍ਹਾਂ ਤੁਹਾਡੇ ਵਰਗੀਆਂ ਲੜਕੀਆਂ ਨੇ ਉਹ ਮੇਰੀਆਂ ਧੀਆਂ ਨੇ, ਮੇਰੇ ਬੱਚੇ ਨੇ, ਮੇਰੇ ਆਪਣੇ ਬੱਚੇ ਨੇ। ਠੀਕ ਹੈ। ਉਸ ਤੋਂ ਬਾਅਦ ਮੈਂ ਪ੍ਰਿੰਸੀਪਲਸ਼ਿਪ ਵੀ ਕੀਤੀ ਹੈ 2 ਸਕੂਲਾਂ ਦੇ ਵਿੱਚ। ਲਿਖਣ ਦੀ ਜਿਹੜੀ ਮੇਰੀ ਰੁਚੀ ਹੈ ਇਹ ਮੇਰੀ ਪਤਾ ਨਹੀਂ ਮੈਨੂੰ ਕਦੋਂ ਆ। ਦੂਜੀ ਕਲਾਸ ਦੇ ਵਿੱਚ ਇੱਕ ਕਵਿਤਾ ਹੁੰਦੀ ਸੀ, ਹਾਂਜੀ, ਨੀ ਤੋਤੀ ਮਨ ਮੋਤੀ। ਉਹ ਮੈਨੂੰ ਇੰਨੀ ਪਸੰਦ ਹੁੰਦੀ ਸੀ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਹਰੇ ਹਰੇ ਤੋਤੇ ਉੱਡ ਰਹੇ ਆ, ਤੋਤੇ ਕੋਲ ਜਾ ਕੇ ਤੋਤੀ ਬਹਿੰਦੀ ਆ, ਹੈ ਨਾ। ਅਤੇ ਮੈਂ ਉਸ ਨੂੰ ਬਾਰ-ਬਾਰ ਗਾ ਕੇ ਸੁਣਾਉਂਦੀ ਹੁੰਦੀ ਸੀ ਸਾਰਿਆਂ ਨੂੰ, ਉੱਚੀ ਇਕੱਲੇ ਹੀ ਨੱਚਦੀ ਫਿਰਦੀ ਹੁੰਦੀ ਸੀ। ਨੀ ਤੋਤੀਏ ਮਨ ਮੋਤੀਏ, ਚੋਗਾ ਚੁਗਣ ਨਾ ਜਾ, ਰਾਹ ਵਿੱਚ ਬੈਠੇ ਹਨ ਸ਼ਿਕਾਰੀ, ਲੈਣਗੇ ਜਾਲ ਵਿਛਾ। ਉਹਨੂੰ ਫਿਰ ਮੈਂ ਨਾਲ ਨਾ ਪਿਕਚਰਾਈਜ਼ ਵੀ ਕਰਦੀ ਸੀ। ਮੈਨੂੰ ਕਿਤੇ ਕੋਈ ਕਾਗਜ਼ ਮਿਲ ਜਾਂਦਾ ਸੀ, ਕੋਈ ਕਵਿਤਾ ਯਾਦ ਆਉਂਦੀ ਸੀ, ਮੈਂ ਕਵਿਤਾ ਲਿਖ ਦਿੰਦੀ ਸੀ। ਅਤੇ ਉਸੇ ਸਮੇਂ ਮਤਲਬ ਮੈਂ ਨਾ ਫਟਾਫਟ ਲਿਖ ਦੇਣਾ 4 ਲਾਈਨਾਂ। ਫਿਰ ਮੈਂ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਆ ਕੇ ਪੜ੍ਹਨਾ, ਫਿਰ ਉਸ ਤੋਂ ਅੱਗੇ ਹੋਰ ਲਿਖ ਕੇ ਕਵਿਤਾ ਕੰਪਲੀਟ ਕਰ ਦੇਣੀ। ਬਹੁਤ ਸਾਰੀਆਂ ਕਵਿਤਾਵਾਂ ਇਹੋ ਜਿਹੀਆਂ ਨੇ, ਮੈਨੂੰ ਲੱਗਦਾ 100-150 ਤਾਂ ਇਸ ਤਰ੍ਹਾਂ ਦੀ ਪਈ ਆ ਕਿ ਜਿਹੜੀ ਬਿਲਕੁਲ ਪੁਰਾਣੇ ਕਾਗਜ਼ ਹੋਏ ਆ। ਔਰ ਮੈਨੂੰ ਨਹੀਂ ਪਤਾ ਉਹ ਕਦੋਂ ਤੋਂ ਮੈਂ ਲਿਖਣਾ ਸ਼ੁਰੂ ਕੀਤਾ, ਮੈਨੂੰ ਆਪਣੇ ਆਪ ਨੂੰ ਹੀ ਨਹੀਂ ਪਤਾ ਹੈ। ਮਨ ਇੰਨਾ ਡੂੰਘਾ ਹੈ ਨਾ ਕਿ ਜਿਸ ਤਰ੍ਹਾਂ ਸਾਗਰ ਹੁੰਦਾ ਨਾ, ਸਾਗਰ ਨਾਲੋਂ ਵੀ ਡੂੰਘਾ ਮਨ ਹੈ। ਅਤੇ ਸਾਗਰ ਦੇ ਵਿੱਚੋਂ ਤੁਹਾਨੂੰ ਪਤਾ ਫਿਰ ਸਿੱਪੀਆਂ ਹੀ ਨਿਕਲਦੀਆਂ ਨੇ। ਜਦੋਂ ਮੈਂ ਪੜ੍ਹਦੀ ਸੀਗੀ ਉਦੋਂ ਵੀ ਮੈਂ ਪੜ੍ਹਾਉਂਦੀ ਸੀਗੀ। ਮੇਰੇ ਕੋਲ ਬੱਚੇ ਸੀਗੇ, ਆਲੇ ਦੁਆਲੇ ਦੇ ਆ ਜਾਂਦੇ ਸੀ, ਪੜ੍ਹਨ ਲੱਗ ਜਾਂਦੇ ਸੀਗੇ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕਿ ਕਿਸਾਨੀ ਅੰਦੋਲਨ ਜਦੋਂ ਚੱਲਦਾ ਸੀ ਨਾ, ਉਹਦੇ ਉੱਤੇ ਮੇਰੇ ਸਭ ਤੋਂ ਵੱਧ ਵਿਸ਼ਿਆਂ ਦੇ ਉੱਤੇ ਲਿਖੇ ਹੋਏ ਸੀਗੇ। ਘੱਟੋ ਘੱਟ ਮੈਨੂੰ ਲੱਗਦਾ ਕਿ 6-7 ਅਖਬਾਰ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਮੇਰੇ ਡੇਲੀ ਆਰਟੀਕਲਸ ਆਉਂਦੇ ਆ, ਔਰ ਡੇਲੀ ਦੀ ਫਰੈਸ਼ ਹੁੰਦੇ ਆ। ਮੈਂ ਜਦੋਂ ਮੈਨੂੰ ਕੋਈ ਹੋਰ ਆਲੇ ਦੁਆਲੇ ਦਾ ਕੋਈ ਕਰੰਟ ਅਫੇਅਰ ਨਾ ਕੋਈ ਬਹੁਤਾ ਵਧੀਆ ਲੱਗੇ ਤਾਂ ਫਿਰ ਮੈਂ ਆਪਣੇ ਮਨ ਨਾਲ ਜੁੜਿਆ ਹੋਇਆ ਵਿਸ਼ਾ ਲਿਖਦੀ ਹਾਂ। ਕਰੰਟ ਅਫੇਅਰਸ 'ਤੇ ਨਹੀਂ ਲਿਖਣਾ ਤਾਂ ਕੋਈ ਮਨ ਨਾਲ ਜੁੜਿਆ ਵਿਸ਼ਾ, ਮਨ ਨਾਲ ਜੁੜਿਆ ਵਿਸ਼ਾ ਨਹੀਂ ਤਾਂ ਕਹਾਣੀ ਲਿਖ ਦੇਣੀ ਆ। 300 ਆਰਟੀਕਲ ਤਾਂ ਪੇਪਰਾਂ ਦੇ ਵਿੱਚ ਛਪ ਚੁੱਕੇ ਨੇ। ਠੀਕ ਹੈ। ਅਤੇ ਕਹਾਣੀਆਂ ਵੀ ਮੇਰੀਆਂ ਇੰਨੀਆਂ ਕੁ ਬਰਾਬਰ ਛਪ ਚੁੱਕੀਆਂ ਨੇ। ਇੰਨੇ ਸੋਹਣੇ ਪਾਠਕ ਨੇ, ਮੇਰੇ ਭਰਾ ਬਣੇ ਹੋਏ ਨੇ, ਮੇਰੀਆਂ ਭੈਣਾਂ ਬਣੀਆਂ ਹੋਈਆਂ ਨੇ ਕਿ ਫੈਮਿਲੀ ਨੂੰ ਤਾਂ ਮੈਨੂੰ ਲੱਗਦਾ ਪਤਾ ਵੀ ਨਹੀਂ ਮੈਂ ਕੀ ਲਿਖਿਆ ਕਿ ਕੀ ਨਹੀਂ ਲਿਖਿਆ। ਜਿਹੜੀਆਂ ਕਿਤਾਬਾਂ ਨੇ ਇੰਨੀਆਂ ਮੈਂ ਛਪਾਈਆਂ ਨੇ, ਉਹ ਸਾਰੀਆਂ ਉਸ ਮੋਬਾਈਲ ਦੇ ਵਿੱਚ ਬੰਦ ਨੇ। ਅਤੇ ਉਹਨਾਂ ਨੂੰ ਪਤਾ ਕਿ ਕੁਛ ਲਿਖ ਰਹੀ ਆ, ਪਰ ਉਹਨਾਂ ਨੇ ਕਦੇ ਪੜ੍ਹਿਆ ਨਹੀਂ। ਦਿਲ ਵਿੱਚ ਆਈਆਂ ਗੱਲਾਂ ਕੁੱਲ ਜਹਾਨੀ ਦੱਸਦੀ ਹਾਂ, ਭਟਕੀ ਹੋਈ ਦੁਨੀਆ ਵਿੱਚੋਂ ਪਾਕ ਰੂਹਾਂ ਨੂੰ ਲੱਭਦੀ ਹਾਂ। ਚਸ਼ਮੇ ਦਾ ਓਲਾ ਕਰਕੇ ਮੈਂ ਚੋਰੀ ਤੱਕਦੀ ਹਾਂ। ਭੋਲੇ ਭਾਲੇ ਚਿਹਰਿਆਂ ਵਿੱਚੋਂ ਭੇਤ ਚਲਾਕੀ ਦੇ ਲੱਭਦੀ ਹਾਂ। ਖੋਟੇ ਸਿੱਕੇ ਵੀ ਚੱਲੀ ਜਾਂਦੇ, ਖਰਿਆਂ ਦਾ ਸੰਗ ਲੱਭਦੀ ਹਾਂ। ਚਸ਼ਮੇ ਦਾ ਓਲਾ ਕਰਕੇ ਮੈਂ ਚੋਰੀ ਤੱਕਦੀ ਹਾਂ। ਚਸ਼ਮੇ ਦਾ ਓਲਾ ਕਰਕੇ ਮੈਂ ਚੋਰੀ ਤੱਕਦੀ ਹਾਂ। ਸੀਗਾ ਕਿ ਮੈਂ ਬਸ ਇੱਕ ਰੀਡਿੰਗ ਲੈ ਲਈ ਅਤੇ ਰੀਡਿੰਗ ਲੈ ਕੇ ਅਤੇ ਪੇਪਰ ਕਰਿਆ ਆਉਂਦਾ। ਬਹੁਤ ਅੱਛੇ ਮਾਰਕਸ ਆ ਜਾਂਦੇ ਸੀ, ਗੁਜ਼ਾਰੇ ਜੋਗੇ ਬਹੁਤ ਸੋਹਣੇ ਆਉਂਦੇ ਸੀ। ਔਰ ਟੀਚਰਸ ਦੇ ਨਿਗਾਹ ਦੇ ਵਿੱਚ ਮੈਂ ਹਮੇਸ਼ਾ ਹੀ ਇੱਕ ਇੰਟੈਲੀਜੈਂਟ ਬੱਚਾ ਹੀ ਸੀ, ਕਿਉਂਕਿ ਮੇਰੇ ਬੇਟੇ ਨੂੰ ਨਹੀਂ ਸੀ ਪਤਾ ਹੈਗਾ ਕਿ ਮੈਂ ਲਿਖਦੀ ਹਾਂ। ਅਤੇ ਮੇਰਾ ਬੇਟਾ ਹੈ ਪ੍ਰਭ ਬਿਸਰਾਓ, ਤਾਂ ਮੈਨੂੰ ਨਹੀਂ ਸੀ ਪਤਾ ਕਿ ਉਹ ਲਿਖਦਾ। ਮੈਂ ਤੁਹਾਨੂੰ ਸ਼ਾਇਦ ਇਸ ਚੀਜ਼ ਦੀ ਵੀ ਬੜੀ ਹੈਰਾਨੀ ਹੋਊਗੀ ਕਿ ਮੈਂ ਅੱਜ ਤੱਕ ਕਦੇ ਕੋਈ ਕੰਮ ਵਾਲੀ ਨਹੀਂ ਲਾਈ। ਅਗਰ ਮੈਂ ਕਿਸੇ ਇੱਕ ਪੁਆਇੰਟ ਦੇ ਉੱਤੇ ਮੈਂ ਦੁਖੀ ਬੈਠੀ ਹਾਂ ਅਤੇ ਉਸ ਦੁੱਖ ਨੂੰ ਲੈ ਕੇ ਮੈਂ ਇੱਥੇ ਰੋਂਦੇ ਨਹੀਂ ਫਿਰਨਾ। ਜਦੋਂ ਆਪਾਂ ਕਹਿੰਦੇ ਕਿਸੇ ਕੋਲ ਰੋਣ ਬੈਠਦੇ ਹਾਂ ਉਦੋਂ ਸਮਝ ਲਓ ਆਪਾਂ ਕਮਜ਼ੋਰ ਹੁੰਦੇ ਹਾਂ ਨਾ। ਜਦੋਂ ਸਾਨੂੰ ਕੋਈ ਲੋਕ ਤਸੱਲੀ ਦਿੰਦੇ ਆ ਕਿ ਨਹੀਂ ਤੁਸੀਂ ਸਹੀ ਗੱਲ ਹੈ, ਸਾਨੂੰ ਬਹੁਤ ਤੁਹਾਡੇ 'ਤੇ ਤਰਸ ਆ ਰਿਹਾ, ਹੈ ਨਾ, ਉਦੋਂ ਕੀ ਹੁੰਦਾ, ਸਾਡਾ ਮਨੋਬਲ ਗਿਰਦਾ, ਅਸੀਂ ਅੰਦਰੋਂ ਕਮਜ਼ੋਰ ਹੁੰਦੇ ਹਾਂ। ਫਿਰ ਸਾਨੂੰ ਜਿਹੜੇ ਲੋਕਾਂ ਦੇ ਝੂਠੇ ਹੌਸਲੇ, ਕਿਸੇ ਨੇ ਸਾਡੇ ਨਾਲ ਖੜਨਾ ਨਹੀਂ ਹੁੰਦਾ। ਇਹ ਲਾਈਫ ਦਾ ਹਿੱਸਾ ਨੇ। ਆਪਾਂ ਜਦੋਂ ਖਾਣਾ ਖਾਂਦੇ ਹਾਂ, ਖਾਣੇ ਦੇ ਵਿੱਚ ਵੀ ਮਿਰਚਾਂ ਵੀ ਖਾਂਦੇ ਹਾਂ, ਨਮਕ ਵੀ ਖਾਂਦੇ ਹਾਂ, ਮਿੱਠਾ ਵੀ ਖਾਂਦੇ ਹਾਂ ਨਾ। ਤੇ ਫਿਰ ਜਿਹੜੀ ਜ਼ਿੰਦਗੀ ਦੇ ਵਿੱਚ ਕਿਉਂ ਨਹੀਂ ਇਹੋ ਜਿਹਾ ਕੁਝ ਹੋਊਗਾ? ਬਿਲਕੁਲ ਹੋਊਗਾ ਨਾ। ਦੁਨੀਆ ਦੇ ਵਿੱਚ ਕਿਹੜਾ ਦੁੱਖ ਆ ਕਿ ਉਹ ਆਪਾਂ ਨਹੀਂ ਕੱਟ ਕਰ ਸਕਦੇ? ਕੱਟੋ, ਇਨਸਾਨ ਹੋ, ਕੋਈ ਗੱਲ ਨਹੀਂ। ਤੁਹਾਨੂੰ ਕੋਈ ਮਾਰਨ ਲਈ ਵੀ ਖੜਾ ਉਹਦੇ ਲਈ ਵੀ ਆਪਾਂ ਹੱਥ ਚੁੱਕਦੇ ਹਾਂ ਨਾ ਕਿ ਬਚਾਅ ਦੇ ਲਈ, ਕਿਉਂਕਿ ਜ਼ਿੰਦਗੀ ਅਸੀਂ ਜਿਉਣ ਆਏ ਹਾਂ, ਇਹਨੂੰ ਖਤਮ ਕਰਨ ਨਹੀਂ ਆਏ। ਮਤਲਬ ਮੈਂ 1 ਮਿੰਟ ਦੇ ਵਿੱਚ ਲਿਖੀ ਸੀ ਕਵਿਤਾ, ਇਹ ਜ਼ਿੰਦਗੀ ਮੇਰੀ ਹੈ, ਇਹ ਜ਼ਿੰਦਗੀ ਮੇਰੀ ਹੈ, ਕਿਸੇ ਦੀ ਗੁਲਾਮ ਨਹੀਂ। ਕਿਸੇ ਨੇ ਮੇਰੇ 'ਤੇ ਕੀਤਾ ਕੋਈ ਅਹਿਸਾਨ ਨਹੀਂ। ਆਏ ਸੀ ਤੂਫਾਨ ਲੱਖ ਹਜ਼ਾਰਾਂ ਇਸ ਜ਼ਿੰਦਗੀ ਵਿੱਚ, ਆਏ ਸੀ ਤੂਫਾਨ ਲੱਖ ਹਜ਼ਾਰਾਂ ਇਸ ਜ਼ਿੰਦਗੀ ਵਿੱਚ। ਕਿਸੇ ਦੀ ਕਿਸ਼ਤੀ ਵਿੱਚ ਬਹਿ ਮੈਂ ਕੀਤਾ ਪਾਰ ਨਹੀਂ। ਇਹ ਮੇਰੇ ਹੋਠਾਂ ਦੀ ਮੁਸਕਾਨ 'ਤੇ, ਇਹ ਮੇਰੇ ਹੋਠਾਂ ਦੀ ਮੁਸਕਾਨ 'ਤੇ ਤਾਂ ਮੇਰਾ ਹੀ ਹੱਕ ਹੈ, ਕਿਉਂਕਿ ਇਹ ਮੇਰੀ ਮੁਸ਼ੱਕਤ ਦੀ ਕਮਾਈ ਹੈ, ਕਿਸੇ ਦਾ ਉਧਾਰ ਨਹੀਂ। ਇਹ ਮੇਰੀ ਮੁਸ਼ੱਕਤ ਦੀ ਕਮਾਈ ਹੈ, ਕਿਸੇ ਦਾ ਉਧਾਰ ਨਹੀਂ।
ਸਤਿ ਸ਼੍ਰੀ ਅਕਾਲ। ਅਡੋਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ। ਹਰ ਇਨਸਾਨ ਨੂੰ ਰੱਬ ਦੇ ਵੱਲੋਂ ਕੁਛ ਨਾ ਕੁਛ ਗੁਣ ਜਿਹੜਾ ਜ਼ਰੂਰ ਦਿੱਤਾ ਜਾਂਦਾ ਹੈ, ਪਰ ਜਿਨ੍ਹਾਂ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਨੇ ਆਪਣੀ ਲਿਖਤਾਂ ਦੇ ਨਾਲ ਬਹੁਤ ਵੱਡੀ ਮੁਹਾਰਤ ਹਾਸਲ ਕੀਤੀ ਹੈ। ਉਹਨਾਂ ਨੇ ਆਪਣੀਆਂ ਲਿਖਤਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਬਦਲੀ ਹੋਵੇਗੀ, ਕਿਉਂਕਿ ਬਹੁਤ ਸਾਰੇ ਉਹਨਾਂ ਦੇ ਆਰਟੀਕਲ ਲੱਗਦੇ ਨੇ, ਅਲੱਗ-ਅਲੱਗ ਪੇਪਰ ਦੇ ਵਿੱਚ ਉਹਨਾਂ ਦੇ ਆਰਟੀਕਲ ਲੱਗਦੇ ਨੇ, ਇੱਥੋਂ ਤੱਕ ਕਿ ਉਹ 2-3 ਕਿਤਾਬਾਂ ਵੀ ਲੋਕ ਅਰਪਣ ਕਰ ਚੁੱਕੇ ਨੇ। ਨਾਮ ਹੈ ਉਹਨਾਂ ਦਾ ਬਰਜਿੰਦਰ ਕੌਰ ਬਿਸਰਾਓ, ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਦੇ ਨਾਲ ਆਪਣੀ ਲਿਖਤ ਦੇ ਨਾਲ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਹੈ ਜੋ ਪਾਠਕ ਨੇ, ਜੋ ਪੜ੍ਹਦੇ ਨੇ। ਸੋ ਉਹਨਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਵੀ, ਪਰ ਪਹਿਲਾਂ ਇਹ ਦੱਸ ਦਿੰਦੇ ਹਾਂ ਕਿ ਉਹਨਾਂ ਨੇ ਆਪਣੀ ਪੜ੍ਹਾਈ ਤੋਂ ਬਾਅਦ ਟੀਚਿੰਗ ਲਾਈਨ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਅਤੇ ਨਾਲ ਹੀ ਉਸ ਤੋਂ ਬਾਅਦ ਆਪਣੀ ਜਿਹੜੀ ਹੈ ਲਿਖਣ ਦੀ ਕਲਾ ਉਸ ਨੂੰ ਹੋਰ ਉਜਾਗਰ ਕੀਤਾ, ਲੋਕਾਂ ਦੇ ਵਿੱਚ ਲੈ ਕੇ ਆਂਦਾ। ਸੋ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਤੁਹਾਡੇ ਚੈਨਲ ਦੇ ਥਰੂ ਦਰਸ਼ਕਾਂ ਦੇ ਰੂਬਰੂ ਹੋ ਸਕਾਂ। ਹੁਣ ਤੱਕ ਤੁਸੀਂ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਦੇ ਬਾਰੇ ਵੀ ਜਾਣਾਂਗੇ, ਪਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਕੁਝ ਸ਼ਬਦ ਦੱਸੋ। ਮੈਂ ਆਪਣੇ ਬਾਰੇ ਕੀ ਦੱਸਦੀ ਹਾਂ, ਮੈਂ ਬਰਜਿੰਦਰ ਕੌਰ ਬਿਸਰਾਓ ਹਾਂ, ਜੋ ਹੁਣ ਇਸ ਸਮੇਂ ਮੈਂ ਇੱਕ ਬਤੌਰ ਲੇਖਿਕਾ ਤੁਹਾਡੇ ਸਾਹਮਣੇ ਖੜੀ ਹਾਂ। ਠੀਕ ਹੈ, ਪਹਿਲਾਂ ਮੈਂ ਬਚਪਨ ਦੇ ਵਿੱਚ ਇੱਕ ਮੈਂ ਛੋਟੀ ਬੱਚੀ ਸੀ ਤਾਂ ਮਾਪਿਆਂ ਦੀ ਧੀ ਸੀ, ਠੀਕ ਹੈ ਨਾ, ਪਿਆਰੀ ਲਾਡਲੀ ਧੀ ਸੀ। ਅਤੇ ਹੁਣ ਮੈਂ ਉਸ ਤੋਂ ਬਾਅਦ ਮੈਂ ਇੱਕ ਪਤਨੀ ਦੇ ਰੂਪ ਦੇ ਵਿੱਚ ਫਿਰ ਹੁੰਦੇ ਹੋਏ ਫਿਰ ਮੈਂ ਇੱਕ ਟੀਚਰ ਵੀ, ਅਧਿਆਪਕਾ ਬਣੀ ਹਾਂ, ਇੱਕ ਸਫਲ ਅਧਿਆਪਕਾ ਰਹੀ ਹਾਂ। ਮੈਨੂੰ ਆਪਣੇ ਆਪ ਦੇ ਉੱਤੇ ਮਾਣ ਹੈ, ਕਿਉਂਕਿ ਮੈਂ ਆਪਣੇ ਬੱਚਿਆਂ ਜਿਹੜੇ ਵਿਦਿਆਰਥੀਆਂ ਨੂੰ ਮੈਂ ਪੜ੍ਹਾਇਆ ਸੀ ਉਹ ਮੇਰੇ ਮਤਲਬ ਸਮਝ ਲਓ ਕਿ ਜਿਸ ਤਰ੍ਹਾਂ ਤੁਹਾਡੇ ਵਰਗੀਆਂ ਲੜਕੀਆਂ ਨੇ ਉਹ ਮੇਰੀਆਂ ਧੀਆਂ ਨੇ, ਮੇਰੇ ਬੱਚੇ ਨੇ, ਮੇਰੇ ਆਪਣੇ ਬੱਚੇ ਨੇ। ਠੀਕ ਹੈ, ਉਸ ਤੋਂ ਬਾਅਦ ਮੈਂ ਪ੍ਰਿੰਸੀਪਲਸ਼ਿਪ ਵੀ ਕੀਤੀ ਹੈ 2 ਸਕੂਲਾਂ ਦੇ ਵਿੱਚ। ਅਤੇ ਲਿਖਣ ਦੀ ਜਿਹੜੀ ਮੇਰੀ ਰੁਚੀ ਹੈ ਇਹ ਮੇਰੀ ਪਤਾ ਨਹੀਂ ਮੈਨੂੰ ਕਦੋਂ ਕਦੋਂ ਆ, ਸ਼ਾਇਦ ਮੈਨੂੰ 2ਜੀ ਕਲਾਸ ਦੇ ਵਿੱਚ ਇੱਕ ਕਵਿਤਾ ਹੁੰਦੀ ਸੀ, ਹਾਂਜੀ, ਨੀ ਤੋਤੀਏ ਮਨ ਮੋਤੀਏ। ਉਹ ਮੈਨੂੰ ਇੰਨੀ ਪਸੰਦ ਹੁੰਦੀ ਸੀ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਹਰੇ ਹਰੇ ਤੋਤੇ ਉੱਡ ਰਹੇ ਆ, ਤੋਤੇ ਕੋਲ ਜਾ ਕੇ ਤੋਤੀ ਬਹਿੰਦੀ ਆ, ਹੈ ਨਾ। ਅਤੇ ਮੈਂ ਉਸ ਨੂੰ ਬਾਰ-ਬਾਰ ਗਾ ਕੇ ਸੁਣਾਉਂਦੀ ਹੁੰਦੀ ਸੀ ਸਾਰਿਆਂ ਨੂੰ, ਉੱਚੀ ਉੱਚੀ, ਇਕੱਲੇ ਹੀ ਨੱਚਦੀ ਫਿਰਦੀ ਹੁੰਦੀ ਸੀ। ਨੀ ਤੋਤੀਏ ਮਨ ਮੋਤੀਏ, ਚੋਗਾ ਚੁਗਣ ਨਾ ਜਾ, ਰਾਹ ਵਿੱਚ ਬੈਠੇ ਹਨ ਸ਼ਿਕਾਰੀ, ਲੈਣਗੇ ਜਾਲ ਵਿਛਾ। ਉਹਨੂੰ ਫਿਰ ਮੈਂ ਨਾਲ ਨਾ ਪਿਕਚਰਾਈਜ਼ ਵੀ ਕਰਦੀ ਸੀ ਆਪਣੀ। ਅੱਛਾ ਜੀ। ਹਾਂਜੀ, ਕਹਿਣ ਦਾ ਮਤਲਬ ਕਿ ਤੁਹਾਨੂੰ ਉੱਥੋਂ ਦੂਸਰੀ ਕਲਾਸ ਤੋਂ ਜਿਹੜਾ ਇਹ ਲੱਗਣ ਲੱਗਿਆ ਕਿ ਮੈਂ ਲਿਖ ਸਕਦੀ। ਬਿਲਕੁਲ ਤੁਸੀਂ ਦੇਖੋ ਨਾ, ਹਜੇ ਜਿਹੜੀਆਂ ਲਿਖਤਾਂ ਨੇ ਜਿਹੜੀਆਂ ਹਜੇ ਕਿਤਾਬਾਂ ਦੇ ਵਿੱਚ ਮੈਂ ਬੰਦ ਨਹੀਂ ਕੀਤੀਆਂ, ਹਾਂਜੀ, ਹਜੇ ਕਿਤਾਬਾਂ ਵਿੱਚ ਨਹੀਂ ਉਹ ਆਈਆਂ, ਉਹ ਮੈਨੂੰ ਹੋ ਸਕਦੀਆਂ ਨੇ ਉਹ 20 ਸਾਲ 25 ਸਾਲ ਪਹਿਲਾਂ ਵੀ ਉਹ ਕਾਗਜ਼ ਤੁਹਾਨੂੰ ਗਲੇ ਹੋਏ ਉਸ ਤਰ੍ਹਾਂ ਹੀ ਮਿਲਣਗੇ। ਮੈਨੂੰ ਕਿਤੇ ਕੋਈ ਕਾਗਜ਼ ਮਿਲ ਜਾਂਦਾ ਸੀ, ਕੋਈ ਕਵਿਤਾ ਯਾਦ ਆਉਂਦੀ ਸੀ, ਮੈਂ ਕਵਿਤਾ ਲਿਖ ਦਿੰਦੀ ਸੀ। ਅਤੇ ਉਸੇ ਸਮੇਂ ਮਤਲਬ ਮੈਂ ਨਾ ਫਟਾਫਟ ਲਿਖ ਦੇਣਾ 4 ਲਾਈਨਾਂ, ਫਿਰ ਮੈਂ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਆ ਕੇ ਪੜ੍ਹਨਾ, ਫਿਰ ਉਸ ਤੋਂ ਅੱਗੇ ਹੋਰ ਲਿਖ ਕੇ ਕਵਿਤਾ ਕੰਪਲੀਟ ਕਰ ਦੇਣੀ। ਬਹੁਤ ਸਾਰੀਆਂ ਕਵਿਤਾਵਾਂ ਇਹੋ ਜਿਹੀਆਂ ਨੇ, ਮੈਨੂੰ ਲੱਗਦਾ 100-150 ਤਾਂ ਇਸ ਤਰ੍ਹਾਂ ਦੀ ਪਈ ਆ ਕਿ ਜਿਹੜੀ ਬਿਲਕੁਲ ਪੁਰਾਣੇ ਕਾਗਜ਼ ਹੋਏ ਆ, ਔਰ ਮੈਨੂੰ ਨਹੀਂ ਪਤਾ ਉਹ ਕਦੋਂ ਤੋਂ ਮੈਂ ਲਿਖਣਾ ਸ਼ੁਰੂ ਕੀਤਾ, ਮੈਨੂੰ ਆਪਣੇ ਆਪ ਨੂੰ ਹੀ ਨਹੀਂ ਪਤਾ ਹੈਗਾ। ਕਈ ਵਾਰੀ ਕੁਛ ਖਿਆਲ ਮਨ ਦੇ ਵਿੱਚ ਆਉਂਦੇ ਆ ਨਾ, ਅਤੇ ਮੈਂ ਆਪਣੇ ਆਪ ਹੀ ਲਿਖ ਦਿੰਦੀ ਹਾਂ। ਕਿਹੜੇ ਜਿਹੜੇ ਵਿਸ਼ੇ ਨੇ ਜਿਨ੍ਹਾਂ 'ਤੇ ਤੁਸੀਂ ਹੁਣ ਤੱਕ ਕਵਿਤਾਵਾਂ ਲਿਖ ਚੁੱਕੇ ਹੋ, ਕਿਉਂਕਿ ਤੁਹਾਡੇ ਹਰ ਰੋਜ਼ ਜਿਹੜੇ ਆਰਟੀਕਲ ਪੜ੍ਹਨ ਨੂੰ ਵੀ ਮਿਲਦੇ ਨੇ, ਉਹਨਾਂ 'ਤੇ ਵੀ ਜਿਹੜੀ ਇੱਕ ਝਾਤ ਜ਼ਰੂਰ ਮਾਰਾਂਗੇ। ਪਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜੀਆਂ ਤੁਹਾਡੀਆਂ ਕਵਿਤਾਵਾਂ ਨੇ ਉਹ ਤੁਸੀਂ ਕਿਹੜੇ ਵਿਸ਼ਿਆਂ 'ਤੇ ਲਿਖ ਚੁੱਕੇ ਹੋ। ਕਵਿਤਾਵਾਂ ਮੇਰੀਆਂ ਨਾ ਪਿਆਰ ਮੁਹੱਬਤ ਦੇ ਉੱਤੇ ਬਹੁਤ ਘੱਟ ਨੇ। ਇਹਦਾ ਇੱਕ ਕਾਰਨ ਪਤਾ ਕੀ ਹੈ, ਜਦੋਂ ਆਪਾਂ ਕੋਈ ਵੀ ਲੜਕੀ ਜਾਂ ਲੇਡੀ ਪਿਆਰ ਮੁਹੱਬਤ 'ਤੇ ਕੋਈ ਕਵਿਤਾ 4 ਲਾਈਨਾਂ ਲਿਖ ਦਿੰਦੀ ਆ ਨਾ, ਸਾਡਾ ਸਮਾਜ, ਸਾਡੇ ਆਲੇ ਦੁਆਲੇ ਦੇ ਲੋਕ, ਸਾਡੇ ਪਰਿਵਾਰ ਦੇ ਮੈਂਬਰ ਉਹ ਇਹ ਸੋਚਣ ਲੱਗ ਜਾਂਦੇ ਆ ਵੀ ਪਤਾ ਨਹੀਂ ਇਹਨੂੰ ਕਿਸੇ ਨਾਲ ਪਿਆਰ ਹੋ ਗਿਆ, ਜਿਹੜੀ ਇਹ ਪਿਆਰ ਦੀ ਭਾਸ਼ਾ ਬੋਲਣ ਲੱਗ ਗਈ। ਇਹ ਰਿਐਲਿਟੀ ਹੈ, ਇਹ ਸੱਚਾਈ ਹੈ ਆਪਣੇ ਸਮਾਜ ਦੀ। ਠੀਕ ਹੈ ਨਾ, ਇਸ ਕਰਕੇ ਮੈਂ ਬਹੁਤ ਹੀ ਯਥਾਰਥਵਾਦੀ ਕਵਿਤਾਵਾਂ ਲਿਖੀਆਂ ਜਿਹਦੇ ਵਿੱਚ ਭਾਵ ਬਹੁਤ ਕਈ ਵਾਰੀ ਡੂੰਘੇ ਹੁੰਦੇ ਆ, ਕਿਉਂਕਿ ਮੈਨੂੰ ਨਾ ਬਹੁਤ ਜ਼ਿਆਦਾ ਤੁਹਾਨੂੰ ਕਹਾਂ ਕਿ ਕਰਾਊਡ ਵਾਲੀਆਂ ਜਗ੍ਹਾ ਚੰਗੀਆਂ ਨਹੀਂ ਲੱਗਦੀਆਂ। ਮੈਨੂੰ ਇਕੱਲਾਪਣ, ਨੇਚਰ ਬਹੁਤ ਚੰਗੀ ਲੱਗਦੀ ਆ। ਜਦੋਂ ਇਕੱਲਾਪਣ ਹੁੰਦਾ ਅਤੇ ਉਹਦੇ ਵਿੱਚ ਸਾਡੇ ਨਾਲ ਸਾਡਾ ਮਨ ਜੁੜਿਆ ਹੋਇਆ ਹੁੰਦਾ। ਜਦੋਂ ਮਨ ਜੁੜਿਆ ਹੋਇਆ ਹੁੰਦਾ, ਮਨ ਦੇ ਵਿੱਚ ਬਹੁਤ ਡੂੰਘੀਆਂ, ਮਨ ਇੰਨਾ ਡੂੰਘਾ ਹੈ ਨਾ ਕਿ ਜਿਸ ਤਰ੍ਹਾਂ ਸਾਗਰ ਹੁੰਦਾ ਨਾ, ਸਾਗਰ ਨਾਲੋਂ ਵੀ ਡੂੰਘਾ ਮਨ ਹੈ। ਅਤੇ ਸਾਗਰ ਦੇ ਵਿੱਚੋਂ ਤੁਹਾਨੂੰ ਪਤਾ ਫਿਰ ਸਿੱਪੀਆਂ ਹੀ ਨਿਕਲਦੀਆਂ ਨੇ। ਠੀਕ ਹੈ ਨਾ, ਫਿਰ ਤਾਂ ਕੁਛ ਉੱਥੋਂ ਕੋਈ ਨਾ ਕੋਈ ਖਜ਼ਾਨਾ ਹੀ ਲੱਭੂਗਾ ਤੁਹਾਨੂੰ। ਠੀਕ ਹੈ ਨਾ। ਤੁਸੀਂ ਜਿਹੜੀ ਟੀਚਿੰਗ ਲਾਈਨ ਦੇ ਵਿੱਚ ਕਦੋਂ ਤੋਂ ਆਏ ਸੀਗੇ? ਤੁਹਾਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਜਾਂ ਫਿਰ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਜੋਬ ਲੱਭਦੇ ਹਾਂ ਫਿਰ ਉਸ ਦੇ ਰਿਗਾਰਡ ਆਪਾਂ ਕਹਿੰਦੇ ਕਿ ਅਧਿਆਪਕ ਵਾਲਾ ਕਿੱਤਾ ਚੂਜ਼ ਕਰ ਲੈਂਦੇ ਹਾਂ, ਜਾਂ ਫਿਰ ਤੁਹਾਨੂੰ ਸ਼ੌਂਕ ਸੀਗਾ? ਨਹੀਂ, ਇਹ ਕੋਈ ਸ਼ੌਂਕ ਨਹੀਂ ਸੀਗਾ ਮੇਰਾ।
ਮੈਂ ਤਾਂ ਮੈਨੂੰ ਲੱਗਦਾ ਕਿ ਜਦੋਂ ਮੈਂ ਪੜ੍ਹਦੀ ਸੀਗੀ ਉਦੋਂ ਵੀ ਮੈਂ ਪੜ੍ਹਾਉਂਦੀ ਸੀਗੀ। ਮੇਰੇ ਕੋਲ ਬੱਚੇ ਸੀਗੇ, ਆਲੇ ਦੁਆਲੇ ਦੇ ਆ ਜਾਂਦੇ ਸੀ, ਪੜ੍ਹਨ ਲੱਗ ਜਾਂਦੇ ਸੀਗੇ। ਅਤੇ ਫਿਰ ਜਿਵੇਂ ਹੀ ਮੈਂ ਪੜ੍ਹਾਈ ਕਰਕੇ ਹਟੀ, ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਮੇਰੀ ਨਾ ਗ੍ਰੈਜੂਏਸ਼ਨ ਹੁੰਦੇ ਸਾਰ, ਪੋਸਟ ਗ੍ਰੈਜੂਏਸ਼ਨ ਮੈਂ ਸੀਗੀ ਜਦੋਂ ਐਕਚੁਅਲੀ ਉਮਰ ਦੇ ਵਿੱਚ ਸੀਗੀ ਮੈਂ 20 ਸਾਲ ਦੀ ਸੀ, ਮੇਰੀ ਪੋਸਟ ਗ੍ਰੈਜੂਏਸ਼ਨ ਹੋ ਗਈ ਸੀ, ਕੰਪਲੀਟ ਹੋ ਚੁੱਕੀ ਸੀ। ਅਤੇ ਮੈਨੂੰ ਲੱਗਦਾ ਮੈਂ ਉਦੋਂ ਹੀ ਮੈਂ ਟੀਚਿੰਗ ਸਟਾਰਟ ਕਰ ਦਿੱਤੀ ਸੀਗੀ। ਅਤੇ ਮੇਰਾ ਟੀਚਿੰਗ ਦਾ ਜਿਹੜਾ ਐਕਸਪੀਰੀਅੰਸ ਆ ਬਹੁਤ ਜ਼ਿਆਦਾ, ਕਿ ਮੈਂ ਬੱਚੇ ਮਤਲਬ ਤੁਸੀਂ ਆਪ ਦੇਖ ਲਓ, 20 ਸਾਲ ਦੇ ਇੱਕ ਲੜਕੀ ਨੇ ਟੀਚਿੰਗ ਸਟਾਰਟ ਕਰ ਦੇਣੀ ਅਤੇ ਸਾਰੀ ਉਮਰ ਸਪੈਂਡ ਕਰਨੀ ਉਹਦੇ ਵਿੱਚ ਟੀਚਿੰਗ ਦੇ ਵਿੱਚ ਹੀ। ਹਾਂ, ਜਿਵੇਂ ਜਿਵੇਂ ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਮੈਂ ਗੌਰਮੈਂਟ ਜੋਬ ਲਈ ਵੀ ਅਪਲਾਈ ਕਰੂੰਗੀ ਜਾਂ ਮੈਂ ਇਹ ਕਰੂੰਗੀ ਵੀ ਕੋਈ ਵੱਡੇ ਮੈਂ ਟੀਚੇ ਮਿੱਥੇ ਹੋਏ ਹੋਣ ਕਿ ਮੈਂ ਉਹੀ ਕਰਨਾ, ਕਿ ਮੈਨੂੰ ਉਹ ਜੇ ਨਾ ਮਿਲੀ ਤਾਂ ਮੈਂ ਹੋਰ ਕੁਝ ਕਰਨਾ ਨਹੀਂ। ਮੈਨੂੰ ਜਿੱਥੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕੀਤੀ, ਕਿ ਮੈਨੂੰ ਚਾਹਿਆ ਕਿ ਮੈਨੂੰ ਇੱਥੇ ਬਿਜ਼ੀ ਹੋਣਾ ਚਾਹੀਦਾ, ਮੈਂ ਆਪਣੇ ਆਪ ਨੂੰ ਬਿਜ਼ੀ ਰੱਖਿਆ। ਬਹੁਤ ਵਧੀਆ ਗੱਲ ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਲਾਈਫ ਜਿਹੜੀ ਹੈ ਜ਼ਿਆਦਾ ਬਿਜ਼ੀ ਹੋ ਚੁੱਕੀ ਹੈ, ਪਰ ਉੱਥੇ ਹੀ ਜੇਕਰ ਤੁਹਾਡੇ ਆਰਟੀਕਲਸ ਦੀ ਗੱਲ ਕਰੀਏ, ਤੁਸੀਂ ਬਹੁਤ ਸਾਰੇ ਆਰਟੀਕਲਸ ਲਿਖ ਚੁੱਕੇ ਹੋ, ਰੋਜ਼ਾਨਾ ਹੀ ਤੁਹਾਡੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਜਿਹੜੇ ਆਰਟੀਕਲ ਜ਼ਰੂਰ ਲੱਗਦੇ ਨੇ। ਕਿਹੜੇ ਵਿਸ਼ੇ ਨੇ ਜਿਹੜੇ ਤੁਸੀਂ ਆਰਟੀਕਲ ਲੋਕਾਂ ਦੇ ਅੱਗੇ ਪੇਸ਼ ਕਰਦੇ ਹੋ? ਵਿਸ਼ਾ ਦੇਖੋ, ਇੱਕ ਤਾਂ ਕਰੰਟ ਅਫੇਅਰਸ, ਹਾਂਜੀ, ਕੋਈ ਕੋਈ ਵੀ ਸਮੱਸਿਆ ਆਉਂਦੀ ਹੈ, ਜਿਵੇਂ ਅੱਜ ਕੱਲ੍ਹ ਤੁਸੀਂ ਦੇਖਿਆ ਨਾ ਕਿ ਬੱਚਿਆਂ ਨੇ ਮਾਵਾਂ ਬੱਚਿਆਂ ਨੂੰ ਮਾਰ ਰਹੀਆਂ ਨੇ, ਪਿਓ ਬੱਚਿਆਂ ਨੂੰ ਮਾਰ ਰਹੇ ਆ, ਗੁੱਸੇ ਦਾ ਸ਼ਿਕਾਰ ਹੋ ਰਹੇ ਆ। ਅੱਜ ਕੱਲ੍ਹ ਦੇ ਜੋ ਯੰਗ ਜਨਰੇਸ਼ਨ ਦੇ ਜਿਹੜੇ ਪੇਰੈਂਟਸ ਨੇ, ਮੈਂ ਉਹਦੇ 'ਤੇ ਵੀ ਲਿਖ ਚੁੱਕੀ ਹਾਂ। ਅਗਰ ਸਾਡੀ ਨਵੀਂ ਗੌਰਮੈਂਟ ਬਣੀ ਸੀ, ਮੈਂ ਉਹਦੇ 'ਤੇ ਵੀ ਲਿਖਿਆ। ਕਿਸਾਨੀ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕਿ ਕਿਸਾਨੀ ਅੰਦੋਲਨ ਜਦੋਂ ਚੱਲਦਾ ਸੀ ਨਾ, ਉਹਦੇ ਉੱਤੇ ਮੇਰੇ ਸਭ ਤੋਂ ਵੱਧ ਵਿਸ਼ਿਆਂ ਦੇ ਉੱਤੇ ਲਿਖੇ ਹੋਏ ਸੀਗੇ, ਜਿਹੜੇ ਲੇਖ ਮੈਂ ਲਿਖਿਆ, ਔਰ ਅਖਬਾਰਾਂ ਵਿੱਚ ਛਪੇ ਆ। ਘੱਟੋ ਘੱਟ ਮੈਨੂੰ ਲੱਗਦਾ ਕਿ 6-7 ਅਖਬਾਰ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਮੇਰੇ ਡੇਲੀ ਆਰਟੀਕਲਸ ਆਉਂਦੇ ਆ, ਔਰ ਡੇਲੀ ਦੇ ਫਰੈਸ਼ ਹੁੰਦੇ ਆ। ਕਈ ਵਾਰੀ ਤੁਸੀਂ ਮਨ ਨਾਲ ਜੁੜਿਆ ਹੋਇਆ ਵਿਸ਼ਾ ਵੀ, ਮੈਂ ਜਦੋਂ ਮੈਨੂੰ ਕੋਈ ਹੋਰ ਆਲੇ ਦੁਆਲੇ ਦਾ ਕੋਈ ਕਰੰਟ ਅਫੇਅਰ ਨਾ ਕੋਈ ਬਹੁਤਾ ਵਧੀਆ ਲੱਗੇ, ਤਾਂ ਫਿਰ ਮੈਂ ਆਪਣੇ ਮਨ ਨਾਲ ਜੁੜਿਆ ਹੋਇਆ ਵਿਸ਼ਾ ਲਿਖਦੀ ਹਾਂ। ਜਿਸ ਤਰ੍ਹਾਂ ਕੱਲ੍ਹ ਹੀ ਹਜੇ ਮੈਂ ਲਿਖ ਕੇ ਹਟੀਆਂ ਕਿ ਕਲਪਨਾ ਇੱਕ ਸ਼ਕਤੀ ਹੈ, ਸਕਾਰਾਤਮਕ ਸੋਚ, ਅਤੇ ਜੋ ਮਤਲਬ ਜਿੰਨੇ ਵੀ ਤੁਸੀਂ ਦੇਖੋਗੇ ਉਹ ਮਨ ਨਾਲ ਜੁੜੇ ਹੋਏ ਜ਼ਿਆਦਾ ਵਿਸ਼ੇ ਆ, ਜਾਂ ਫਿਰ ਕਰੰਟ ਅਫੇਅਰਸ ਦੇ ਨਾਲ ਜੁੜੇ ਹੋਏ ਆ। ਅਤੇ ਕਹਾਣੀਆਂ ਵੀ ਮੇਰੀਆਂ ਆਈਆਂ, ਤੁਸੀਂ ਕਹਾਣੀਆਂ ਦਾ ਜ਼ਿਕਰ ਨਹੀਂ ਕੀਤਾ, ਮੇਰਾ ਕਹਾਣੀ ਸੰਗ੍ਰਹਿ ਵੀ ਆ ਚੁੱਕਿਆ, ਅਤੇ ਕਹਾਣੀਆਂ ਵੀ ਅਕਸਰ ਮੇਰੇ ਨਾਲ ਦੀ ਨਾਲ ਪੈਰਲਲ ਚੱਲ ਰਹੀਆਂ ਨੇ। ਜਦੋਂ ਕਰੰਟ ਅਫੇਅਰਸ 'ਤੇ ਨਹੀਂ ਲਿਖਣਾ ਤਾਂ ਕੋਈ ਮਨ ਨਾਲ ਜੁੜਿਆ ਵਿਸ਼ਾ ਨਹੀਂ ਤਾਂ ਕਹਾਣੀ ਲਿਖ ਦੇਣੀ ਆ। ਹੁਣ ਜਿਹੜਾ ਇਹਦੇ ਵਿੱਚ ਕੀ ਆਇਆ ਪ੍ਰਦੀਪ, ਇੱਕ ਮੇਰੇ ਚੇਂਜ ਆਈ ਆ, ਚੇਂਜ ਇਹ ਆਈ ਹੈ ਕਿ ਜਿਸ ਤਰ੍ਹਾਂ ਕਿ ਪਹਿਲਾਂ ਮੈਂ ਸਿਰਫ ਕਵਿਤਾ ਲਿਖਦੀ ਸੀ, ਨਿਰੋਲ ਕਵਿਤਾ ਲਿਖਦੀ ਸੀ, ਪਰ ਮੇਰਾ ਮਤਲਬ ਕੋਈ ਜਾਣਕਾਰ ਮੈਨੂੰ ਇਹੋ ਜਿਹੇ ਮਿਲੇ ਕਿ ਜਿਨ੍ਹਾਂ ਨੇ ਮੇਰੀ ਸ਼ਾਇਦ ਉਸ ਕਲਾ ਨੂੰ ਪਛਾਣ ਲਿਆ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਲੱਗਦਾ ਕਿ ਕਵਿਤਾ ਨਾਲੋਂ ਵਧੀਆ ਤੁਸੀਂ ਆਰਟੀਕਲ ਲਿਖ ਸਕਦੇ ਹੋ, ਆਰਟੀਕਲ 'ਤੇ ਕਹਾਣੀਆਂ ਲਿਖ ਸਕਦੇ ਹੋ। ਅਤੇ ਮੈਂ ਉਹਨਾਂ ਨੂੰ ਦਿਖਾਈਆਂ ਤਾਂ ਉਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਬਹੁਤ ਵਧੀਆ ਆਰਟੀਕਲ ਰਾਈਟਰ ਹੋ। ਔਰ ਮੈਨੂੰ ਲੱਗਦਾ ਕਿ ਮੇਰੇ ਘੱਟੋ ਘੱਟ 300 ਆਰਟੀਕਲ ਤਾਂ ਪੇਪਰਾਂ ਦੇ ਵਿੱਚ ਛਪ ਚੁੱਕੇ ਨੇ, ਠੀਕ ਹੈ, ਅਤੇ ਕਹਾਣੀਆਂ ਵੀ ਮੇਰੀਆਂ ਇੰਨੀਆਂ ਕੁ ਬਰਾਬਰ ਛਪ ਚੁੱਕੀਆਂ ਨੇ। ਤੇ ਜੇਕਰ ਤੁਹਾਡੀਆਂ ਕਿਤਾਬਾਂ ਦੀ ਗੱਲ ਕਰੀਏ, ਹੁਣ ਤੱਕ ਕਿਹੜੀਆਂ ਕਿਤਾਬਾਂ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ? ਮੇਰੀ ਪਹਿਲੀ ਕਾਵਿ ਸੰਗ੍ਰਹਿ ਆਇਆ ਸੀਗਾ, ਲਫ਼ਜ਼ ਬੋਲ ਪਏ, ਅਤੇ ਉਸ ਤੋਂ ਬਾਅਦ ਮੇਰਾ ਕਹਾਣੀ ਸੰਗ੍ਰਹਿ ਆਇਆ, ਜੋ ਬਿਲਕੁਲ ਮਤਲਬ ਮੇਰੀਆਂ ਆਪਣੀਆਂ ਇੰਡੀਵਿਜੂਅਲ ਨੇ, ਅਤੇ ਉਹ ਕਹਾਣੀ ਸੰਗ੍ਰਹਿ ਹੈਗਾ ਮੋਹ ਤਾਰਾ, ਠੀਕ ਹੈ, ਅਤੇ ਉਹਦੇ ਵਿੱਚ ਹੈਗੀਆਂ ਨੇ ਮੇਰੀਆਂ 45 ਕਹਾਣੀਆਂ। ਅਤੇ ਉਸ ਤੋਂ ਜਿਹੜੇ ਪਹਿਲਾਂ ਮੇਰੀਆਂ 3 ਕਿਤਾਬਾਂ ਛਪੀਆਂ ਨੇ, ਜਿਨ੍ਹਾਂ ਦੇ ਵਿੱਚ ਮੇਰੇ ਮਤਲਬ ਰਚਨਾਵਾਂ ਆਈਆਂ ਨੇ, ਸਾਂਝੇ ਕਾਵਿ ਸੰਗ੍ਰਹਿ ਆਏ ਆ, ਉਹਨਾਂ ਦੇ ਵਿੱਚ ਮੇਰੀਆਂ ਰਚਨਾਵਾਂ ਆਈਆਂ ਨੇ, ਧੀਆਂ ਭੈਣਾਂ ਸਾਂਝੀਆਂ, ਇੱਕ ਗਾਗਰ ਵਿੱਚ ਸਾਗਰ, ਅਤੇ ਇੱਕ ਲਫ਼ਜ਼ਾਂ ਦੀ ਉਡਾਰੀ ਉਹਦੇ ਵਿੱਚ। ਬਹੁਤ ਜ਼ਿਆਦਾ ਜਿਹੜਾ ਦਰਸ਼ਕਾਂ ਦਾ ਜਾਂ ਫਿਰ ਪਾਠਕਾਂ ਦਾ ਤੁਹਾਨੂੰ ਪਿਆਰ ਵੀ ਮਿਲਦਾ ਹੋਊਗਾ, ਉਹ ਕਿੰਨਾ ਕੁ ਪਿਆਰ ਮਿਲਦਾ ਹੈ, ਅਤੇ ਨਾਲ ਹੀ ਇਹ ਵੀ ਜਾਣਦੇ ਆ ਕਿ ਤੁਹਾਡੀ ਜਿਹੜੀ ਹੈ ਫੈਮਿਲੀ ਦੇ ਵੱਲੋਂ ਤੁਹਾਨੂੰ ਕਿੰਨੀ ਕੁ ਸਪੋਰਟ ਕੀਤੀ ਜਾਂਦੀ ਹੈ ਇਸ ਜਿਹੜੀ ਤੁਸੀਂ ਲੇਖਿਕਾ ਦੇ ਤੌਰ 'ਤੇ ਜਿਹੜੀ ਆਪਣੀ ਸ਼ੁਰੂਆਤ ਕੀਤੀ ਹੈ? ਪਹਿਲਾਂ ਮੈਂ ਦਰਸ਼ਕਾਂ ਦਾ ਦੱਸਦੀ ਹਾਂ, ਜੋ ਪਾਠਕਾਂ ਦਾ, ਦਰਸ਼ਕਾਂ ਦਾ ਤਾਂ ਹੁਣ ਹੰਗਾਰਾ ਮਿਲੂਗਾ, ਪਾਠਕਾਂ ਦਾ। ਹਾਂਜੀ, ਜਿਹੜੇ ਮੇਰੇ ਪਾਠਕ ਨੇ ਨਾ, ਉਹ ਇੰਨੇ ਕੁ ਅਵੇਅਰਡ ਨੇ ਨਾ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ। ਮੈਨੂੰ ਲੱਗਦਾ ਕਿ ਮੈਂ ਜੋ ਮੇਰੀ ਲਿਖਣ ਦੀ ਕਲਾ ਹੈ, ਇਹ ਦਿਨ ਬ ਦਿਨ ਨਿਖਰਦੀ ਜਾ ਰਹੀ ਹੈ, ਸਿਰਫ ਇਹ ਪਾਠਕਾਂ ਦੇ ਪਿਆਰ ਨਾਲ ਹੀ ਹੈ। ਮੇਰੇ ਪਾਠਕਾਂ ਨਾਲ ਕਈ ਇਹੋ ਜਿਹੇ ਰਿਸ਼ਤੇ ਜੁੜ ਚੁੱਕੇ ਨੇ ਕਿ ਉਹ ਮੈਨੂੰ
ਮਤਲਬ ਡੇਲੀ ਉਹਨਾਂ ਦਾ ਫੋਨ ਆਉਣਾ ਹੀ ਆਉਣਾ। ਜੀ 2 ਤਾਂ ਮੇਰੇ ਬਾਪ ਬਣ ਚੁੱਕੇ ਨੇ। ਅੱਛਾ ਜੀ ਇੰਨੇ ਸੋਹਣੇ ਪਾਠਕ ਨੇ, ਮੇਰੇ ਭਰਾ ਬਣੇ ਹੋਏ ਨੇ, ਮੇਰੀਆਂ ਭੈਣਾਂ ਬਣੀਆਂ ਹੋਈਆਂ ਨੇ। ਔਰ ਮੈਨੂੰ ਪਹਿਲਾਂ ਪੁੱਛਦੇ ਆ, ਇੰਨੇ ਵਧੀਆ ਪਾਠਕ ਨੇ ਨਾ ਮੇਰੇ, ਉਹਨਾਂ ਦੇ ਪਹਿਲਾਂ ਏਜ ਪੁੱਛਦੇ ਆ, ਫਿਰ ਕਹਿੰਦੇ ਆ ਤੁਸੀਂ ਸਾਡੇ ਬੱਚਿਆਂ ਵਰਗੇ ਹੋ, ਹੈ ਨਾ। ਜਾਂ ਕੋਈ ਮੈਨੂੰ ਲੱਗੇ ਕਿ ਮੇਰੇ ਕੋਈ ਬਰਾਬਰ ਦਾ ਹੈ ਤਾਂ ਮੈਂ ਉਹਨਾਂ ਨੂੰ ਭੈਣ ਭਰਾ ਬਣਾਉਂਦੀ ਆ, ਹੈ ਨਾ। ਅਤੇ ਕਈ ਬੱਚਿਆਂ ਅੱਜ ਕੱਲ੍ਹ ਯੰਗ ਜਨਰੇਸ਼ਨ ਨੂੰ ਮਤਲਬ ਇਹ ਕੌੜੀ ਸੱਚਾਈ ਆ ਕਿ ਯੰਗ ਜਨਰੇਸ਼ਨ ਆ ਕਿਤਾਬਾਂ ਜਾਂ ਆਰਟੀਕਲਸ ਘੱਟ ਪੜ੍ਹਦੀ ਹੈ। ਹਾਂਜੀ। ਅਤੇ ਬਾਕੀ ਜਿਹੜੀ ਫੈਮਿਲੀ ਦੀ ਸਪੋਰਟ ਆ, ਅਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਫੈਮਿਲੀ ਨੂੰ ਤਾਂ ਮੈਨੂੰ ਲੱਗਦਾ ਪਤਾ ਵੀ ਨਹੀਂ ਮੈਂ ਕੀ ਲਿਖਿਆ ਕਿ ਕੀ ਨਹੀਂ ਲਿਖਿਆ। ਅੱਛਾ ਹਾਂਜੀ। ਫਿਰ ਜਿਵੇਂ ਹੁਣ ਤੁਹਾਨੂੰ ਇੰਨਾ ਬਾਹਰੋਂ ਪਿਆਰ ਮਿਲਦਾ ਹੈ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਤਾਂ ਲੱਗਦਾ ਹੋਊਗਾ ਨਾ ਕਿ ਤੁਸੀਂ ਲਿਖਦੇ ਹੋ ਜਾਂ ਫਿਰ ਤੁਸੀਂ। ਨਹੀਂ, ਉਹਨਾਂ ਨੂੰ ਪਤਾ ਹੈ ਕਿ ਕਿਉਂਕਿ ਮੈਂ ਕਹਿੰਦਾ ਜਿਹੜਾ ਮੇਰਾ ਸਾਰਾ ਵਰਕ ਹੈ ਨਾ, ਉਹ ਸਾਰਾ ਮੇਰਾ ਮੋਬਾਈਲ ਫੋਨ ਦੇ ਵਿੱਚ ਸਮਝ ਲਓ ਕਿ ਉਹ ਇੱਕ ਖਜ਼ਾਨਾ, ਉਹ ਜਿਹੜੀਆਂ ਕਿਤਾਬਾਂ ਨੇ ਇੰਨੀਆਂ ਮੈਂ ਛਪਾਈਆਂ ਨੇ, ਉਹ ਸਾਰੀਆਂ ਉਸ ਮੋਬਾਈਲ ਦੇ ਵਿੱਚ ਬੰਦ ਨੇ। ਅਤੇ ਉਹਨਾਂ ਨੂੰ ਪਤਾ ਕਿ ਇਹ ਕੁਛ ਲਿਖ ਰਹੀ ਆ, ਪਰ ਉਹਨਾਂ ਨੇ ਕਦੇ ਪੜ੍ਹਿਆ ਨਹੀਂ ਹੈ। ਹਾਂਜੀ, ਇਹ ਗੱਲ ਵੱਖਰੀ ਹੈ ਕਿ ਕਿਸੇ ਨੇ ਪੜ੍ਹਿਆ ਨਹੀਂ ਹੈ। ਹਾਂ, ਮੈਨੂੰ ਜਿਹੜੇ ਹੈਗੀ ਹੈ ਕਿ ਮੇਰੇ ਇੱਕ ਨਾ ਇੱਕ ਸਿਸਟਰ ਹੈ, ਸਾਡਾ 2 ਸਾਲ ਦਾ ਫਰਕ ਹੈ। ਅਤੇ ਦੇਖੋ ਤੁਸੀਂ ਵੀ ਸਿਸਟਰਸ ਉਹ ਜੋੜੀਆਂ ਵਰਗੀਆਂ ਹੋ ਜਾਂਦੀਆਂ। ਅਸੀਂ ਬਚਪਨ ਸਾਡਾ ਇਕੱਠੀਆਂ ਨੇ ਸੌਣਾ, ਇਕੱਠੀਆਂ ਨੇ ਖੇਡਣਾ, ਇਕੱਠੀਆਂ ਸਕੂਲ ਜਾਣਾ, ਕਾਲਜ ਇਕੱਠਾ, ਹੈ ਨਾ। ਫਿਰ ਮੈਰਿਜ ਚਲੋ ਵੱਖ-ਵੱਖ ਹੋ ਗਈ, ਪਰ ਜਿਹੜਾ ਪਿਆਰ ਹੁੰਦਾ ਉਹ ਇਕੱਠਾ ਰਹਿੰਦਾ। ਕਿਉਂਕਿ ਜਦੋਂ ਅਸੀਂ ਪੜ੍ਹਦੀਆਂ ਸੀ, ਕਾਲਜ ਦੇ ਵਿੱਚ ਪੜ੍ਹਦੀਆਂ ਸੀ ਨਾ, ਜਦੋਂ MA ਕਰਦੇ ਹਾਂ ਆਪਾਂ ਨੂੰ ਕਈ ਰਾਈਟਰਸ ਦੇ ਬਾਰੇ ਦੇ ਵਿੱਚ ਆਪਾਂ ਨੇ ਸੋਚਣਾ ਹੁੰਦਾ ਵਾ ਕਿ ਪੜ੍ਹਦੇ ਹਾਂ ਉਹਨਾਂ ਦੀਆਂ, ਅਤੇ ਅਸੀਂ ਇਕੱਠੀਆਂ ਯਾਦ ਕਰਦੀਆਂ ਹੁੰਦੀਆਂ ਸੀ। ਮੈਂ ਮਤਲਬ ਇੱਕ ਬਹੁਤ ਜ਼ਿਆਦਾ ਇਹ ਨਹੀਂ ਸੀ ਕਰਦੀ ਕਿ ਰੱਟੇ ਲਗਾ ਕੇ ਨਾ ਉਹਨਾਂ ਨੂੰ, ਅਤੇ ਮੈਂ ਰੱਟੇ ਲਗਾ ਕੇ ਅਤੇ ਉਹੀ ਲਿਖਣਾ ਵਾ, ਨਹੀਂ, ਮੈਂ ਉਹ ਚੀਜ਼ ਨਹੀਂ ਸੀਗੀ। ਅਸੀਂ ਸੀਗਾ ਕਿ ਮੈਂ ਬਸ ਇੱਕ ਰੀਡਿੰਗ ਲੈ ਲਈ, ਅਤੇ ਰੀਡਿੰਗ ਲੈ ਕੇ ਅਤੇ ਪੇਪਰ ਕਰਿਆ ਆਉਂਦਾ। ਬਹੁਤ ਅੱਛੇ ਮਾਰਕਸ ਆ ਜਾਂਦੇ ਸੀ, ਗੁਜ਼ਾਰੇ ਜੋਗੇ ਬਹੁਤ ਸੋਹਣੇ ਆਉਂਦੇ ਸੀ। ਔਰ ਟੀਚਰਸ ਦੇ ਨਿਗਾਹ ਦੇ ਵਿੱਚ ਮੈਂ ਹਮੇਸ਼ਾ ਹੀ ਇੱਕ ਇੰਟੈਲੀਜੈਂਟ ਬੱਚਾ ਹੀ ਸੀ। ਕਿਉਂਕਿ ਮੈਨੂੰ ਸਕੋਲਰਸ਼ਿਪ ਵੀ ਇਹੋ ਜਿਹੀ ਗੱਲ ਨਹੀਂ ਹੈ ਕਿ ਮੈਨੂੰ 9th ਤੋਂ ਬਾਅਦ ਸਕੋਲਰਸ਼ਿਪ ਮਿਲਿਆ ਸੀ। ਅਤੇ ਫਿਰ ਮੈਨੂੰ ਉਦੋਂ ਸਾਡੇ ਵੇਲੇ ਹਾਇਰ ਸੈਕੰਡਰੀ ਹੁੰਦੀ ਸੀ, ਹਾਇਰ ਸੈਕੰਡਰੀ ਤੋਂ ਬਾਅਦ ਵੀ ਮੈਨੂੰ ਸਕੋਲਰਸ਼ਿਪ ਮਿਲਿਆ ਸੀਗਾ, ਅਤੇ 2 ਵਾਰ ਮੈਂ ਸਕੋਲਰਸ਼ਿਪ ਵਿਨ ਕੀਤਾ ਵਾ। ਅਤੇ ਟੀਚਿੰਗ ਲਾਈਨ ਦੇ ਵਿੱਚ ਮੈਨੂੰ ਮਤਲਬ ਐਪਰੀਸੀਏਸ਼ਨ ਲੈਟਰਸ ਮਿਲਦੀਆਂ ਰਹਿੰਦੀਆਂ ਨੇ। ਅਤੇ ਜਿਸ ਤਰ੍ਹਾਂ ਟੀਚਰਸ ਦਾ ਪਿੱਛੇ ਮੈਨੂੰ ਲੈਟਰ ਆਈ ਸੀਗੀ ਕਿਸੇ ਯੂਨੀਵਰਸਿਟੀ ਤੋਂ, ਅਤੇ ਉਹ ਸੀਗੀ ਬੱਚਿਆਂ ਦੇ ਵੱਲੋਂ ਟੀਚਰਸ ਬੈਸਟ ਟੀਚਰ ਆਫ ਦੇਅਰ ਲਾਈਫ, ਸਟੂਡੈਂਟਸ ਦੀ, ਮਤਲਬ ਜਿਹੜੇ ਐਕਸ ਸਟੂਡੈਂਟ ਨੇ ਉਹਨਾਂ ਦੀ ਲਾਈਫ ਦੀ ਮੈਂ ਬੈਸਟ ਟੀਚਰ ਉਹਨਾਂ ਨੇ ਮੰਨਿਆ ਮੈਨੂੰ। ਅਤੇ ਉਹ ਇੱਕ ਯੂਨੀਵਰਸਿਟੀ ਵੱਲੋਂ ਉਹਨਾਂ ਨੇ, ਕਿਉਂਕਿ ਵਿਊ ਮੰਗਿਆ ਸੀ ਬੱਚਿਆਂ ਦਾ, ਪ੍ਰੀਵਿਊ ਮੰਗੇ ਸੀਗੇ ਕਿ ਤੁਸੀਂ ਦੱਸੋ ਵੀ ਕਿਹੜਾ ਟੀਚਰ ਨੂੰ ਤੁਸੀਂ ਕਿਉਂ ਪਸੰਦ ਕਰਦੇ ਹੋ। ਅਤੇ ਇਸ ਤਰ੍ਹਾਂ ਮਤਲਬ ਐਪਰੀਸੀਏਸ਼ਨ ਲੈਟਰਸ ਮਿਲਦੀਆਂ ਨੇ, ਅਤੇ ਉਹ ਚੀਜ਼ਾਂ ਨੇ ਜਿਹੜੀਆਂ ਇਹ ਸਾਨੂੰ ਐਨਰਜੀ ਨੂੰ ਬੂਸਟ ਕਰਦੀਆਂ ਨੇ। ਬਿਲਕੁਲ। ਅਤੇ ਸਾਨੂੰ ਸਾਡਾ ਹੌਸਲਾ ਵਧਾਉਂਦੀਆਂ ਨੇ। ਠੀਕ ਹੈ ਨਾ। ਇਹ ਚੀਜ਼ਾਂ ਨੂੰ ਇੱਕ ਆਪਾਂ ਟੌਨਿਕ ਦੀ ਤਰ੍ਹਾਂ ਜਦੋਂ ਯੂਜ਼ ਕਰਦੇ ਤਾਂ ਫਿਰ ਆਪਾਂ ਹੋਰ ਤੰਦਰੁਸਤ ਹੋ ਜਾਂਦੇ ਹਾਂ। ਹਾਂਜੀ। ਕਹਿਣ ਦਾ ਮਤਲਬ ਕਿ ਤੁਸੀਂ ਹੋਰਾਂ ਨੂੰ ਵੀ ਜਿਹੜਾ ਮੋਟੀਵੇਟ ਜ਼ਰੂਰ ਕਰਦੇ ਹੋ, ਪਰ ਤੁਸੀਂ ਖੁਦ ਕਿੰਨੇ ਕੁ ਮੋਟੀਵੇਟ ਰਹਿੰਦੇ ਹੋ? ਕਿਉਂਕਿ ਤੁਸੀਂ ਖੁਦ ਦੱਸ ਰਹੇ ਹੋ ਕਿ ਤੁਹਾਡੀ ਫੈਮਿਲੀ ਦੇ ਵਿੱਚ ਇਹ ਨਹੀਂ ਪਤਾ ਕਿ ਤੁਸੀਂ ਲਿਖਦੇ ਹੋ ਜਾਂ ਫਿਰ, ਹੈ ਨਾ। ਫਿਰ ਉਦੋਂ ਜਦੋਂ ਹੋਰਾਂ ਦਾ ਵੀ ਪਿਆਰ ਮਿਲਦਾ, ਪਰ ਫੈਮਿਲੀ ਨੂੰ ਤੁਹਾਡੇ ਬਾਰੇ ਥੋੜ੍ਹਾ ਬਹੁਤ ਘੱਟ ਪਤਾ ਹੈ, ਪਰ ਕਿਵੇਂ ਤੁਸੀਂ ਉਦੋਂ ਆਪਣੇ ਆਪ ਨੂੰ ਮੋਟੀਵੇਟ ਕਰਕੇ ਰੱਖਦੇ ਹੋ? ਹਾਂ, ਤੁਹਾਨੂੰ ਮੈਂ ਚਲੋ ਇਹ ਮੋਟੀਵੇਸ਼ਨ ਵਾਲੀ ਗੱਲ ਮੈਂ ਬਾਅਦ 'ਚ ਕਰਦੀ ਹਾਂ। ਤੁਹਾਨੂੰ ਕਹਿੰਦਾ ਇੱਕ ਬੜੀ ਸਰਪ੍ਰਾਈਜ਼ਿੰਗ ਗੱਲ ਕਰਦੀ ਹਾਂ, ਹੈ ਨਾ। ਜਦੋਂ ਕਹਿੰਦਾ ਮੈਂ ਲਿਖਦੀ ਹਾਂ, ਮੇਰੇ ਬੇਟੇ ਨੂੰ ਨਹੀਂ ਸੀ ਪਤਾ ਹੈਗਾ ਕਿ ਮੈਂ ਲਿਖਦੀ ਹਾਂ। ਅਤੇ ਮੇਰਾ ਬੇਟਾ ਹੈ ਪ੍ਰਭ ਬਿਸਰਾਓ, ਅਤੇ ਮੈਨੂੰ ਨਹੀਂ ਸੀ ਪਤਾ ਕਿ ਉਹ ਲਿਖਦਾ। ਹਾਂ, ਜਦੋਂ ਅਸੀਂ ਨਾ ਫੇਸਬੁੱਕ ਦੇ ਉੱਤੇ ਮੈਂ ਆਪਣੀਆਂ ਕਵਿਤਾਵਾਂ ਛੋਟੀਆਂ ਪਾਉਣੀਆਂ, ਅਤੇ ਇੱਕ ਦਿਨ ਮੈਂ ਉਹਨੂੰ ਦੇਖਿਆ ਕਿ ਉਹਦੇ ਸਿਰਹਾਣੇ ਡਾਇਰੀ ਪਈ ਸੀ। ਡਾਇਰੀ ਦੇ ਉੱਤੇ ਉਹਦੇ ਨਾ ਬਹੁਤ ਕੁਛ ਲਿਖਿਆ ਹੋਇਆ ਸੀ। ਅਤੇ ਉਹਦਾ ਇੱਕ ਪੇਜ ਬਣਾਇਆ ਹੋਇਆ ਸੀ ਫੇਸਬੁੱਕ ਦੇ ਉੱਤੇ, ਰੂਹ ਦੇ ਅਲਫਾਜ਼, ਕੁਛ ਇਸ ਤਰ੍ਹਾਂ ਬਣਾਇਆ ਹੋਇਆ ਸੀ। ਅਤੇ ਫਿਰ ਮੈਂ ਉਹਨੂੰ ਦੇਖਿਆ ਕਿ ਉਹ ਕਿਸੇ ਸਿੰਗਰ ਨਾਲ ਗੱਲ ਕਰਦਾ ਸੀ ਕਿ ਤੁਸੀਂ ਮੇਰਾ ਗੀਤ ਲੈ ਲਓ। ਅਤੇ ਮੈਂ ਉਹਨੂੰ ਕਹਿੰਦਾ, ਮੈਂ ਕਿਹਾ ਤੂੰ ਉਹਨਾਂ ਨੂੰ ਕਿਉਂ, ਸਿੰਗਰਸ ਨੂੰ ਕਿਉਂ ਵੇਚਣਾ ਚਾਹੁੰਦਾ? ਮੈਂ ਕਿਹਾ ਤੂੰ ਚੈੱਕ ਯੂਰ ਵੋਇਸ। ਤੂੰ ਕਹਿੰਦਾ ਮੈਂ ਥੋੜ੍ਹਾ ਕਰੂੰਗਾ। ਅਤੇ ਮੈਂ ਅੱਛਾ, ਉਹਨੂੰ ਨਹੀਂ ਸੀ ਪਤਾ ਮੰਮਾ ਲਿਖਦੇ ਆ। ਹਾਂ, ਅਤੇ ਮੈਂ ਜਦੋਂ ਉਹਨੇ ਦੇਖਿਆ ਤਾਂ ਉਹ ਵੀ ਬੜਾ ਸਰਪ੍ਰਾਈਜ਼ ਹੋਇਆ ਕਿ ਮੰਮਾ ਵੀ ਲਿਖਦੇ ਆ। ਲੇਕਿਨ ਉਹਦੇ ਅੰਦਰ, ਮੇਰੇ ਬੇਟੇ ਦੇ ਅੰਦਰ ਬਹੁਤ ਹੁੰਦਾ ਸੀਗਾ ਮੰਮਾ ਛੇਤੀ ਕਿਤਾਬਾਂ ਛਪਵਾਉਣ। ਜਦੋਂ ਉਹਨੂੰ ਪਤਾ ਲੱਗਿਆ ਸੀਗਾ, ਉਹਦੇ ਅੰਦਰ ਇਸ ਚੀਜ਼ ਦਾ ਬਹੁਤ ਕਰੇਜ਼ ਰਿਹਾ। ਅਤੇ ਫਿਰ ਜਦੋਂ ਉਹਨੇ ਵੋਇਸ ਨਾ ਮੇਰੇ ਸਕੂਲ ਮੈਂ ਪੜ੍ਹਾਉਣ ਗਈ ਜਦੋਂ ਗਈ, ਅਤੇ ਮਗਰ ਉਹਨੇ ਚੈੱਕ ਕੀਤੀ ਆਪਣੀ ਵੋਇਸ, ਅਤੇ ਮੈਨੂੰ ਬਾਅਦ ਵਿੱਚ ਭੇਜਿਆ, ਕਹਿੰਦਾ ਦੇਖੋ ਤੁਸੀਂ ਵੋਇਸ ਕਿਹੋ ਜਿਹੀ ਆ।
ਮੈਂ ਕਿਹਾ ਬੜੀ ਕਲੀਅਰ ਵੌਇਸ ਹੈ ਤਾਂ ਬੜੀ ਲਾਊਡ ਵੌਇਸ ਹੈ ਜੀ ਤੇ ਮੈਂ ਉਹਨੂੰ ਮੋਟੀਵੇਟ ਕੀਤਾ। ਫਿਰ ਮੈਨੂੰ ਮੇਰੇ ਨਾਲ ਟੀਚਰ ਮਿਊਜ਼ਿਕ ਟੀਚਰ ਸੀ, ਉਹਦੇ ਕੋਲ ਟ੍ਰੇਨਿੰਗ ਦੇਣ ਭੇਜਿਆ ਮੈਂ। ਅੱਛਾ ਜੀ। ਤੇ ਉਹਦੇ ਕੋਲ ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਹਰਵਿੰਦਰ ਬਿੱਟੂ ਜੀ ਨੇ ਕਾਫੀ ਮਤਲਬ ਜਿਵੇਂ ਸਿੱਧੂ ਮੂਸੇਵਾਲਾ ਦੇ ਵੀ ਗੁਰੂ ਨੇ ਹਨਾ, ਹਾਂਜੀ ਤੇ ਉਹਨਾਂ ਨੂੰ ਵੀ ਉਹਨਾਂ ਕੋਲ ਟ੍ਰੇਨਿੰਗ ਲਈ ਉਹਨੇ। ਜੀ। ਤੇ ਉਹਨਾਂ ਨਾਲ ਅੱਜ ਵੀ ਮਤਲਬ ਬਾਪ ਬੇਟੇ ਦਾ ਰਿਸ਼ਤਾ ਉਹਨਾਂ ਦਾ ਬਹੁਤ ਅੱਛਾ। ਅੱਛਾ ਜੀ। ਤੇ ਉਹਨੇ ਫਿਰ 4-5 ਸੌਂਗਸ ਕੱਢੇ ਆਪਣੇ। ਕਹਿਣ ਦਾ ਮਤਲਬ ਕਿ ਤੁਹਾਡਾ ਬੇਟਾ ਵੀ ਇਸ ਲਾਈਨ ਦੇ ਵਿੱਚ ਆ ਤੇ Song ਗਾਉਂਦਾ। ਪਰ ਹਾਂ ਗਾਏ ਆ ਉਹਨੇ, ਮਿਊਜ਼ਿਕ ਵੀ ਸਿੱਖਿਆ, ਉਹ ਲਿਖਦਾ ਵੀ ਸੀ, ਪਰ ਹੁਣ ਉਹ ਵਿਦੇਸ਼ ਚਲਿਆ ਗਿਆ, ਅਮਰੀਕਾ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਸੈੱਟ ਹੈ। ਹਾਂ ਤੇ ਤੁਸੀਂ ਹੁਣ ਤੁਸੀਂ ਆਪਣਾ ਜਿਹੜਾ ਘਰੇ ਤੁਸੀਂ ਲਿਖਦੇ ਹੋ ਜਾਂ ਫਿਰ ਬੁੱਕਸ ਤੇ ਧਿਆਨ ਦਿੰਦੇ ਹੋ ਹਨਾ, ਤਾਂ ਤੁਸੀਂ ਹੁਣ ਟੀਚਿੰਗ ਲਾਈਨ ਤੋਂ ਬਾਅਦ ਆਪਣੀਆਂ ਜੋ ਉਧਰ ਸਕੂਲ ਦੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਤੇ ਆਪਣਾ ਜਿਹੜਾ ਹੁਣ ਵਿਹਲਾ ਸਮਾਂ ਹੈ ਉਹ ਕਿਵੇਂ ਗੁਜ਼ਾਰਦੇ ਹੋ, ਜਾਂ ਫਿਰ ਲਿਖਣ ਦੇ ਵਿੱਚ ਹੀ ਆਪਣਾ ਸਾਰਾ ਦਿਨ ਗੁਜ਼ਾਰਦੇ ਹੋ? ਨਾ ਮੇਰਾ ਤੱਕ ਨਾ ਜੋ ਸਮਾਂ ਹੈ ਨਾ, ਹਾਂਜੀ ਇਹ ਮੇਰੇ ਬਿਲਕੁਲ ਨਾ ਜਿਵੇਂ ਸਕੂਲ ਦੇ ਵਿੱਚ ਟਾਈਮ ਟੇਬਲ ਬਣਿਆ ਹੋਇਆ ਹੁੰਦਾ ਵੀ ਇੰਨੇ ਵਜੇ ਪ੍ਰੇਅਰ ਹੋਣੀ ਹੈ, ਇੰਨੇ ਵਜੇ ਇਹ ਹੋਣਾ, ਇੰਨੇ ਵਜੇ ਇਹ ਹੋਣਾ ਹਨਾ, ਪੀਰੀਅਡ ਲੱਗਣਾ। ਤੇ ਪਤਾ ਨਹੀਂ ਉਹ ਸ਼ਾਇਦ ਮੇਰਾ ਟੀਚਿੰਗ ਲਾਈਫ ਦਾ ਹੀ ਮੇਰਾ ਐਕਸਪੀਰੀਅੰਸ ਹੈ ਹਨਾ। ਤੇ ਉਹ ਮੈਂ ਨਾ ਖੁਦ ਹੀ ਕਰਦੀ ਹਾਂ ਕਿ ਮੈਂ ਇੰਨੇ ਵਜੇ ਮਾਰਨਿੰਗ ਮੈਂ 4 ਵਜੇ 4:30 ਵਜੇ ਉੱਠ ਜਾਂਦੀ ਹਾਂ। ਤੇ ਉਹਦੇ ਵਿੱਚ ਮੈਂ ਮਾਰਨਿੰਗ ਵਾਕ ਕਰਨੀ ਆ, ਘਰ ਦੇ ਕੰਮ ਵੀ ਕਰਨੇ ਆ ਹਨਾ। ਤੇ ਤੁਹਾਨੂੰ ਸ਼ਾਇਦ ਇਸ ਚੀਜ਼ ਦੀ ਵੀ ਬੜੀ ਹੈਰਾਨੀ ਹੋਊਗੀ ਕਿ ਮੈਂ ਅੱਜ ਤੱਕ ਕਦੇ ਕੋਈ ਕੰਮ ਵਾਲੀ ਨਹੀਂ ਲਾਈ। ਅੱਛਾ ਜੀ। ਹਾਂ ਤੇ ਮੈਂ ਉਹ ਸਾਰੇ ਮਤਲਬ ਮੈਂ ਆਪਣੇ ਘਰ ਦੀ ਕੰਮ ਵਾਲੀ ਵੀ ਮੈਂ ਆਪਣੇ ਆਪ ਹੀ ਹਾਂ, ਮੈਂ ਮੈਨੇਜਰ ਵੀ ਆਪ ਹੀ ਹਾਂ, ਠੀਕ ਹੈ। ਤੇ ਇਸ ਕਰਕੇ ਮੈਂ ਸਾਰਾ ਕੁਝ ਮੈਂ ਆਪਣੇ ਆਪ ਹੀ ਕਰਦੀ ਹਾਂ। ਤੇ ਇੰਨੇ ਵਜੇ ਮੈਂ ਆਹ ਕਰ ਲਿਆ, ਹੁਣ ਰੋਟੀ ਪਕਾਉਣ ਦਾ ਟਾਈਮ ਆ, ਨਾਸ਼ਤੇ ਦਾ ਟਾਈਮ ਆ, ਉਸ ਤੋਂ ਬਾਅਦ ਸਫਾਈਆਂ ਕਰਕੇ ਇੰਨੇ ਵਜੇ ਵਿਹਲੀ ਹੋ ਗਈ, ਹੁਣ ਮੇਰਾ ਲਿਖਣ ਦਾ ਟਾਈਮ ਆ। ਜੀ ਉਹ ਹਾਂ ਟਾਈਮ ਟੇਬਲ ਪੂਰਾ ਹੈ, ਮਤਲਬ ਉਹਦੇ ਤੋਂ ਥੋੜਾ ਬਹੁਤ ਵੀ ਹਿੱਲਦਾ ਨਹੀਂ ਮੇਰਾ ਟਾਈਮ। ਹਾਂਜੀ ਮੇਰਾ ਇੱਕ ਇਹੋ ਜਿਹੀ ਨੇਚਰ ਆ ਕਿ ਜੋ ਮੈਂ ਕਰਨਾ ਉਹ ਕਰਨਾ। ਜੀ। ਅਗਰ ਮੈਂ ਕਿਸੇ ਇੱਕ ਪੁਆਇੰਟ ਦੇ ਉੱਤੇ ਮੈਂ ਦੁਖੀ ਬੈਠੀ ਆ ਤੇ ਉਸ ਦੁੱਖ ਨੂੰ ਲੈ ਕੇ ਮੈਂ ਇੱਥੇ ਰੋਂਦੇ ਨਹੀਂ ਫਿਰਨਾ, ਜੀ ਠੀਕ ਹੈ ਨਾ। ਉਹ ਉੱਥੇ ਆ, ਉਨੇ ਪੁਆਇੰਟ ਤੱਕ ਸੀਮਤ ਆ, ਹਾਂਜੀ ਠੀਕ ਹੈ ਨਾ। ਇੱਥੇ ਮੈਂ ਖੁਸ਼ੀ ਦੇ ਵਿੱਚ ਇੰਜੋਏ ਕਰ ਰਹੀ ਹਾਂ ਤੇ ਉਹ ਦੁੱਖ ਉੱਥੇ ਆ, ਇੱਥੇ ਮੈਂ ਇੰਜੋਏ ਕਰਨਾ। ਤੇ ਇੱਥੇ ਮੈਂ ਲਿਖਣਾ ਤੇ ਮੈਂ ਇੱਥੇ ਲਿਖਣਾ, ਮਤਲਬ ਹਰ ਚੀਜ਼ ਨੂੰ ਮੈਂ ਉਸ ਪੁਆਇੰਟ ਤੇ ਖੜ ਕੇ ਮੈਂ ਦੇਖਦੀ ਹਾਂ ਕਿ ਮੈਂ ਇਹ ਕਰਨਾ ਹੀ ਕਰਨਾ। ਬਿਲਕੁਲ ਕਹਿਣ ਦਾ ਮਤਲਬ ਕਿ ਤੁਸੀਂ ਆਪਣੇ ਆਪ ਨੂੰ ਇੱਕ ਟੀਚਾ ਦਿੰਦੇ ਹੋ ਕਿ ਮੈਂ ਕੁਝ ਹਾਂ ਸੈਲਫ ਮੋਟੀਵੇਸ਼ਨ ਆ। ਜੋ ਦਰਸ਼ਕ ਵੀ ਦੇਖ ਰਹੇ ਆ ਉਹਨਾਂ ਨੂੰ ਵੀ ਮੈਂ ਕਹਿੰਦੀ ਆ ਕਿ ਜ਼ਿੰਦਗੀ ਦੇ ਵਿੱਚ ਦੇਖੋ ਕੋਈ ਵੀ ਇਨਸਾਨ ਆ ਜਿਹੜਾ ਉਹ ਕਦੇ ਵੀ ਆਪਣੇ ਆਪ ਨੂੰ ਬਹੁਤ ਨਹੀਂ ਹੁੰਦਾ ਕਿ ਸੁਖੀ ਹੁੰਦਾ ਵਾ। ਜੀ ਦੁੱਖ ਹਰ ਕਿਸੇ ਦੇ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਆਉਂਦੇ ਆ ਕਿ ਬਿਲਕੁਲ। ਕਦੇ ਜਦੋਂ ਆਪਾਂ ਕਹਿੰਦੇ ਕਿਸੇ ਕੋਲ ਰੋਣ ਬੈਠਦੇ ਆ ਉਦੋਂ ਸਮਝ ਲਓ ਆਪਾਂ ਕਮਜ਼ੋਰ ਹੁੰਨੇ ਆ, ਹਾਂਜੀ ਠੀਕ ਹੈ ਨਾ। ਕਿ ਜਦੋਂ ਸਾਨੂੰ ਕੋਈ ਲੋਕ ਤਸੱਲੀ ਦਿੰਦੇ ਆ ਕਿ ਨਹੀਂ ਤੁਸੀਂ ਸਹੀ ਗੱਲ ਹੈ, ਸਾਨੂੰ ਬਹੁਤ ਤੁਹਾਡੇ ਤੇ ਤਰਸ ਆ ਰਿਹਾ ਹਨਾ, ਉਦੋਂ ਕੀ ਹੁੰਦਾ ਸਾਡਾ ਮਨੋਬਲ ਗਿਰਦਾ, ਅਸੀਂ ਅੰਦਰੋਂ ਕਮਜ਼ੋਰ ਹੁੰਨੇ ਆ। ਤੇ ਫਿਰ ਸਾਨੂੰ ਜਿਹੜੇ ਲੋਕਾਂ ਦੇ ਝੂਠੇ ਹੌਸਲੇ ਆ, ਕਿਸੇ ਨੇ ਸਾਡੇ ਨਾਲ ਖੜਨਾ ਨਹੀਂ ਹੁੰਦਾ, ਹਾਂਜੀ ਖੜਨਾ ਨਹੀਂ ਹੁੰਦਾ। ਇਹ ਮੈਂ ਦਰਸ਼ਕਾਂ ਲਈ ਸੁਨੇਹਾ ਦਿੰਨੀ ਆ। ਤੇ ਉਹ ਕਿਸੇ ਨੇ ਖੜਨਾ ਨਹੀਂ ਹੁੰਦਾ ਸਾਡੇ, ਉਹ ਤੁਸੀਂ ਆਪਣੇ ਆਪ ਨੂੰ ਅੰਦਰ ਪ੍ਰਿਪੇਅਰ ਕਰਨਾ ਕਿ ਕੋਈ ਗੱਲ ਨਹੀਂ, ਇਹ ਹੋ ਗਿਆ, ਹੋਣ ਦੋ, ਕੋਈ ਗੱਲ ਨਹੀਂ, ਇਹ ਲਾਈਫ ਦਾ ਹਿੱਸਾ ਨੇ। ਬਿਲਕੁਲ। ਆਪਾਂ ਜਦੋਂ ਖਾਣਾ ਖਾਂਦੇ ਆ, ਖਾਣੇ ਦੇ ਵਿੱਚ ਵੀ ਮਿਰਚਾਂ ਵੀ ਖਾਂਦੇ ਆ, ਨਮਕ ਵੀ ਖਾਂਦੇ ਆ, ਮਿੱਠਾ ਵੀ ਖਾਂਦੇ ਆ ਨਾ। ਜੀ ਜੀ। ਤੇ ਫਿਰ ਜਿਹੜੀ ਜ਼ਿੰਦਗੀ ਦੇ ਵਿੱਚ ਕਿਉਂ ਨਹੀਂ ਇਹੋ ਜਿਹਾ ਕੁਝ ਹੋਊਗਾ? ਬਿਲਕੁਲ ਹੋਊਗਾ ਨਾ। ਉਤਰਾ ਚੜਾ ਇਹਨੂੰ ਇਹ ਨਹੀਂ ਹੈਗਾ ਕਿ ਹੁਣ ਬਹੁਤ ਸਾਰੇ ਲੋਕ ਨਾ, ਮੈਨੂੰ ਪਿੱਛੇ ਜਿਹੇ ਮੇਰੇ ਕਿਸੇ ਫਰੈਂਡ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਵੀ ਲੜਕੀ ਨੇ ਵਿਚਾਰੀ ਨੇ ਸੁਸਾਈਡ ਕਰ ਲਿਆ, ਤੁਸੀਂ ਉਹਦੇ ਬਾਰੇ ਵਿੱਚ ਆਰਟੀਕਲ ਲਿਖੋ। ਜੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਸੌਰੀ, ਵੀ ਜਿਹੜੇ ਸੁਸਾਈਡ ਕਰਦੇ ਆ ਨਾ, ਮੈਂ ਉਹਨਾਂ ਦੇ ਬਾਰੇ ਵਿੱਚ ਨਹੀਂ ਮੈਂ ਆਰਟੀਕਲ ਕੋਈ ਲਿਖ ਸਕਦੀ ਜੀ, ਕਿਉਂਕਿ ਉਹ ਤਾਂ ਜ਼ਿੰਦਗੀ ਦੇ ਭੱਜ ਗਏ ਆ, ਜਿਹੜੇ ਭੱਜ ਹੀ ਗਏ ਆ, ਤੇ ਉਹਦੇ ਬਾਰੇ ਮੈਂ ਆਰਟੀਕਲ ਕੀ ਲਿਖਣਾ ਵਾ? ਬਿਲਕੁਲ ਠੀਕ ਹੈ ਨਾ। ਆਰਟੀਕਲ ਤਾਂ ਮੈਂ ਉਹਨਾਂ ਨੂੰ ਲਿਖੂੰਗੀ ਜਿਹੜੇ ਬੱਚਿਆਂ ਨੂੰ ਛੱਡ ਕੇ ਕੋਈ ਲੇਡੀ ਮਰੀ ਆ, ਜੀ ਉਹ ਬੱਚੇ ਅਨਾਥ ਕਰ ਗਈ ਆ, ਉਸ ਔਰਤ ਨੇ ਕਿੰਨਾ ਅਨਿਆਂ ਕੀਤਾ ਉਹਨਾਂ ਬੱਚਿਆਂ ਦੇ ਨਾਲ। ਪਹਿਲਾਂ ਜਨਮ ਦਿੱਤਾ ਤੇ ਉਹਨੇ ਇਹ ਸੋਚਿਆ ਹੀ ਨਹੀਂ ਕਿ ਉਹ ਆਦਮੀ ਦਾ ਨਾਂ ਲੈ ਕੇ ਮਰ ਰਹੀ ਆ, ਆਦਮੀ ਜੇਲ੍ਹ 'ਚ ਚਲੇ ਜਾਊਗਾ, ਔਰਤ ਮਰ ਗਈ, ਬੱਚੇ ਅਨਾਥ ਕਰਕੇ ਗਈ ਆ। ਮੈਂ ਤਾਂ ਉਸ ਤੋਂ ਵੱਡੇ ਤਾਂ ਕੋਈ ਗੁਨਾਹਗਾਰ ਕੋਈ ਹੈ ਹੀ ਨਹੀਂ ਦੁਨੀਆ ਦੇ ਵਿੱਚ, ਠੀਕ ਹੈ ਨਾ। ਦੁਨੀਆ ਦੇ ਵਿੱਚ ਕਿਹੜਾ ਦੁੱਖ ਆ ਕਿ ਉਹ ਆਪਾਂ ਨਹੀਂ ਕੱਟ ਕਰ ਸਕਦੇ? ਕੱਟੋ, ਇਨਸਾਨ ਹੋ, ਕੋਈ ਗੱਲ ਨਹੀਂ। ਤੁਹਾਨੂੰ ਕੋਈ ਮਾਰਨ ਲਈ ਵੀ ਖੜਾ, ਉਹਦੇ ਲਈ ਵੀ ਆਪਾਂ ਹੱਥ ਚੁੱਕਦੇ ਆ ਨਾ ਕਿ ਬਚਾਅ ਦੇ ਲਈ, ਠੀਕ ਹੈ ਨਾ। ਹਾਂ
ਤੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸਣੀ ਚਾਹੂੰਗੀ, ਕਿਉਂਕਿ ਇਹਨਾਂ ਦੇ ਨਾਲ ਮੇਰਾ ਜਿਹੜਾ ਸੰਪਰਕ ਸੀਗਾ ਉਹ ਆਰਟੀਕਲ ਦੇ ਜ਼ਰੀਏ ਹੋਇਆ ਸੀਗਾ। ਬਹੁਤ ਸਾਰੇ ਜਿਹੜੇ ਆ ਹੋਰ ਵੀ ਪਾਠਕ ਹੋਣਗੇ ਉਹ ਵੀ ਸੰਪਰਕ ਕਰਦੇ ਆ, ਕਿਉਂਕਿ ਜੇਕਰ ਆਪਾਂ ਨੂੰ ਕੋਈ ਲਿਖਤ ਚੰਗੀ ਲੱਗਦੀ ਆਪਾਂ ਦੂਸਰੇ ਤੱਕ ਤਾਂ ਹੀ ਪਹੁੰਚ ਕਰਦੇ ਆ। ਤੇ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਿਲਕੁਲ ਵੀ ਇਦਾਂ ਨਹੀਂ ਲੱਗਿਆ ਸੀਗਾ ਕਿ ਜੇ ਤੁਸੀਂ ਮੇਰੇ ਤੋਂ ਵੱਡੇ ਹੋ ਜਾਂ ਫਿਰ ਮੈਂ ਤੁਹਾਡੇ ਬਰਾਬਰ ਦੀ ਨਹੀਂ ਹਾਂ, ਹੈ ਨਾ। ਮਤਲਬ ਕਿ ਇੱਕ ਫਰੈਂਡ ਸਰਕਲ ਦੀ ਤਰੀਕੇ ਦੇ ਨਾਲ ਉਵੇਂ ਗੱਲ ਹੋਈ ਸੀਗੀ ਜਿਵੇਂ ਅਸੀਂ ਬਹੁਤ ਟਾਈਮ ਤੋਂ ਜਾਣਦੇ ਹੁੰਦੇ ਆ। ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਸੀਗੀ, ਤੇ ਹੋਰ ਵੀ ਜਿਹੜੇ ਆ ਪਾਠਕ ਨੇ ਉਹ ਵੀ ਤੁਹਾਡੇ ਤੋਂ ਜਿਹੜੀ ਆ ਮੋਟੀਵੇਸ਼ਨ ਜ਼ਰੂਰ ਲੈਂਦੇ ਹੋਣਗੇ। ਤੁਸੀਂ ਇਹ ਵੀ ਦੱਸਿਆ ਕਿ ਤੁਸੀਂ ਆਪ ਖੁਦ ਕਿੰਨੇ ਕੁ ਮੋਟੀਵੇਟ ਰਹਿੰਦੇ ਹੋ, ਤੇ ਇਹ ਵੀ ਦੱਸੋ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਕਿਤਾਬਾਂ ਲਿਖੋਗੇ ਜਾਂ ਫਿਰ ਆਪਣੀ ਇਸ ਜਿਹੜੀ ਲਿਖਤ ਨੂੰ ਹੋਰ ਕਿਵੇਂ ਜਾਰੀ ਰੱਖਣਾ ਚਾਹੋਗੇ? ਮੈਂ ਇੱਕ ਤਾਂ ਜਿਹੜਾ ਹੁਣ ਮੇਰਾ ਕੰਮ ਹੈ ਕਿ ਮੇਰੇ ਜਜ਼ਬਾਤਨਾਮਾ ਜਿੰਨੇ ਮੇਰੇ ਆਰਟੀਕਲਸ ਨੇ ਨਾ ਉਹਦੇ ਵਿੱਚ ਜਿਨ੍ਹਾਂ ਦੇ ਵਿੱਚ ਮਨੁੱਖ ਦੇ ਜਜ਼ਬਾਤ ਜੁੜੇ ਹੋਏ ਆ ਉਹਨਾਂ ਨੂੰ ਕੰਪਾਈਲ ਕਰ ਰਹੀ ਹਾਂ। ਕੰਪਾਈਲ ਕਰਕੇ ਜਿਸ ਤੋਂ ਮਤਲਬ ਉਹ ਬੁੱਕ ਨੂੰ ਪੜ੍ਹ ਕੇ ਉਹਦੇ ਅਗਰ ਇੱਕ ਵੀ ਪਾਠ ਪੜ੍ਹ ਲੂਗਾ ਨਾ ਕੋਈ ਪਾਠਕ ਤਾਂ ਉਹਨੂੰ ਲੱਗੂਗਾ ਕਿ ਮੈਂ ਜ਼ਿੰਦਗੀ ਜਿਉਣੀ ਆ। ਜੀ ਠੀਕ ਹੈ ਨਾ, ਕਿਉਂਕਿ ਜ਼ਿੰਦਗੀ ਅਸੀਂ ਜਿਉਣ ਆਏ ਆ, ਇਹਨੂੰ ਖਤਮ ਕਰਨ ਨਹੀਂ ਆਏ। ਠੀਕ ਹੈ ਨਾ, ਇਸ ਕਰਕੇ ਵੀ ਇਹਨੂੰ ਆਪਣੇ ਖੁੱਲ੍ਹ ਦਿਲੀ ਨਾਲ ਜੀਓ। ਠੀਕ ਹੈ ਨਾ। ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਆ। ਇਸ ਮੈਂ 1 ਮਿੰਟ ਦੇ ਵਿੱਚ ਲਿਖੀ ਸੀ ਉਹ ਕਵਿਤਾ। ਹੈ ਨਾ, ਦੇਖਣ ਨੂੰ ਤਾਂ ਹੁਣ ਜਿਵੇਂ ਮੈਂ ਲੱਗਦਾ ਕਿ ਬਰਜਿੰਦਰ ਕੌਰ ਬਿਸਰਾਓ ਦਾ ਨਾਂ ਵੀ ਹੈ, ਹੈ ਨਾ, ਤੇ ਇਹਦੀ ਇੰਟਰਵਿਊ ਵੀ ਚੱਲ ਰਹੀ ਹੈ, ਇਹਨੂੰ ਲੋਕ ਪਸੰਦ ਵੀ ਕਰਦੇ, ਬੜੀ ਖੁਸ਼ ਹੈ, ਬੜੀ ਇਹ ਹੈ ਨਾ। ਬਹੁਤ ਕੰਮ ਹੁੰਦੇ, ਪਤਾ ਨਹੀਂ ਪਿੱਠ ਪਿੱਛੇ ਕਿੰਨੇ ਖੜੇ ਆ, ਉਹਨਾਂ ਨੂੰ ਆਪਾਂ ਇਸ ਤਰ੍ਹਾਂ ਝਾੜ ਕੇ ਪੱਲੇ ਦੀ ਤਰ੍ਹਾਂ ਆਉਣਾ। ਠੀਕ ਹੈ ਨਾ। ਤੇ ਉਹ ਜਦੋਂ ਮਤਲਬ ਮੈਂ 1 ਮਿੰਟ ਦੇ ਵਿੱਚ ਲਿਖੀ ਸੀ ਕਵਿਤਾ, ਇਹ ਜ਼ਿੰਦਗੀ ਮੇਰੀ ਹੈ, ਇਹ ਜ਼ਿੰਦਗੀ ਮੇਰੀ ਹੈ, ਕਿਸੇ ਦੀ ਗੁਲਾਮ ਨਹੀਂ, ਕਿਸੇ ਨੇ ਮੇਰੇ ਤੇ ਕੀਤਾ ਕੋਈ ਅਹਿਸਾਨ ਨਹੀਂ। ਆਏ ਸੀ ਤੂਫਾਨ ਲੱਖ ਹਜ਼ਾਰਾਂ ਇਸ ਜ਼ਿੰਦਗੀ ਵਿੱਚ, ਆਏ ਸੀ ਤੂਫਾਨ ਲੱਖ ਹਜ਼ਾਰਾਂ ਇਸ ਜ਼ਿੰਦਗੀ ਵਿੱਚ, ਕਿਸੇ ਦੀ ਕਿਸ਼ਤੀ ਵਿੱਚ ਬਹਿ ਮੈਂ ਕੀਤਾ ਪਾਰ ਨਹੀਂ। ਇਹ ਮੇਰੇ ਹੋਠਾਂ ਦੀ ਮੁਸਕਾਨ ਤੇ, ਇਹ ਮੇਰੇ ਹੋਠਾਂ ਦੀ ਮੁਸਕਾਨ ਤੇ ਤਾਂ ਮੇਰਾ ਹੀ ਹੱਕ ਹੈ, ਕਿਉਂਕਿ ਇਹ ਮੇਰੀ ਮੁਸ਼ੱਕਤ ਦੀ ਕਮਾਈ ਹੈ, ਕਿਸੇ ਦਾ ਉਧਾਰ ਨਹੀਂ। ਇਹ ਮੇਰੀ ਮੁਸ਼ੱਕਤ ਦੀ ਕਮਾਈ ਹੈ, ਕਿਸੇ ਦਾ ਉਧਾਰ ਨਹੀਂ। ਬਿਲਕੁਲ, ਜਿਹੜੀ ਤੁਸੀਂ ਇੱਕ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੁਸੀਂ ਹੋਰ ਵੀ ਕਿਤਾਬਾਂ ਲੈ ਕੇ ਆ ਰਹੇ ਹੋ, ਤੇ ਜਾਂਦੇ ਜਾਂਦੇ ਪਾਠਕਾਂ ਨੂੰ ਜਾਂ ਫਿਰ ਦਰਸ਼ਕਾਂ ਨੂੰ ਹੋਰ ਕੀ ਕਹਿਣਾ ਚਾਹੋਗੇ? ਪਾਠਕਾਂ ਨੂੰ ਤੇ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਜ਼ਿੰਦਗੀ ਹੈ ਨਾ ਜਿਹੜੀ, ਇਹਨੂੰ ਖੁੱਲ੍ਹ ਕੇ ਜੀਓ, ਇਹਦੇ ਵਿੱਚੋਂ ਕੁਛ ਲੱਭੋ, ਕਿਉਂਕਿ ਇਹ ਇੱਕ ਨਾ ਸਾਗਰ ਹੈ। ਇਹਦੇ ਵਿੱਚੋਂ ਤੁਸੀਂ ਜਿੰਨਾ ਕੁਛ ਲੱਭਦੇ ਜਾਓਗੇ, ਜਿੰਨੀ ਇਹਨੂੰ ਵਿਸ਼ਾਲ ਬਣਾਉਂਦੇ ਜਾਓਗੇ, ਓਨੀ ਇਹਨੇ ਫੈਲਦੇ ਜਾਣਾ, ਓਨੀ ਜਿੰਨੀਆਂ ਇਹਦੇ ਵਿੱਚੋਂ ਮਹਿਕਾਂ ਵੰਡੋਗੇ ਓਨੀਆਂ ਮਹਿਕਾਂ ਦੂਰ ਤੱਕ ਵਧਣਗੀਆਂ ਇਹ। ਠੀਕ ਹੈ ਨਾ। ਖਿੜੇ ਹੋਏ ਗੁਲਾਬ ਦੀ ਤਰ੍ਹਾਂ ਰਹੋ ਹਮੇਸ਼ਾ। ਠੀਕ ਹੈ। ਜੇ ਉਹ ਕੋਈ ਇਹ ਨਾ, ਕਿਉਂਕਿ ਗੁਲਾਬ ਹੈ ਨਾ ਜਿਹੜੇ, ਉਹ ਹਮੇਸ਼ਾ ਕੰਡਿਆਂ ਦੇ ਵਿੱਚ ਹੀ ਖਿਲਦੇ ਆ। ਠੀਕ ਹੈ ਨਾ। ਕਮਲ ਹੈ ਉਹ ਹਮੇਸ਼ਾ ਚਿੱਕੜ ਦੇ ਵਿੱਚ ਹੀ ਖਿਲਦਾ। ਔਰ ਕਮਲ ਦੀ ਤੁਹਾਨੂੰ ਪਤਾ ਹੈ ਕਿ ਮਾਂ ਲక్ష్ਮੀ ਨੇ ਉਹਦਾ ਉਹ ਕੀਤਾ ਸੀ। ਠੀਕ ਹੈ। ਤੇ ਗੁਲਾਬ ਨੂੰ ਹਮੇਸ਼ਾ ਜਿੱਥੇ ਕੋਈ ਸੁੰਦਰਤਾ ਲਈ ਚਾਹੀਦਾ ਹੁੰਦਾ ਨਾ ਕਿਸੇ ਨੂੰ ਨਿਵਾਜਣਾ, ਤੇ ਉੱਥੇ ਚਾਹੀਦਾ ਹੁੰਦਾ, ਉਹ ਕਿੰਨੇ ਕੰਡਿਆਂ ਦੇ ਵਿੱਚੋਂ ਦੀ ਉੱਠਦਾ ਹੋਇਆ ਹੁੰਦਾ। ਜੇਕਰ ਇਸ ਦੇ ਨਾਲ ਹੀ ਔਰਤਾਂ ਦੀ ਜ਼ਿੰਦਗੀ ਬਾਰੇ ਗੱਲ ਕਰੀਏ, ਕਿਉਂਕਿ ਬਹੁਤ ਸਾਰੀਆਂ ਔਰਤਾਂ ਨੇ ਜਾਂ ਫਿਰ ਕਹਿ ਲਓ ਕਿ ਅੱਜ ਦੇ ਟਾਈਮ ਦੇ ਵਿੱਚ ਮਰਦ ਦੇ ਨਾਲ ਮੋਢਾ ਜੋੜ ਕੇ ਖੜੀਆਂ ਨੇ, ਪਰ ਕਿਤੇ ਨਾ ਕਿਤੇ ਫਿਰ ਵੀ ਉਹਨਾਂ ਨੂੰ ਸਮਾਜ ਦੀ ਜਿਹੜੀ ਆ ਉਹਨਾਂ ਕੁਰੀਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ, ਤੇ ਹੋਰ ਵੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਤੁਸੀਂ ਮੇਰੀ ਸ਼ਾਇਦ ਆਹ ਪਿਛਲੇ ਕੱਲ੍ਹ ਪਰਸੋਂ ਦੇ ਪੇਪਰਾਂ ਦੇ ਵਿੱਚ ਪੜ੍ਹੀ ਹੋਣੀ ਆ ਕਵਿਤਾ ਔਰਤ ਦੀ ਚੁੱਪ, ਹੈ ਨਾ। ਤੇ ਜਿਹੜੀ ਔਰਤ ਹੈ ਨਾ, ਸਾਡੇ ਸਮਾਜ ਜਿਹੜਾ ਖਾਸ ਕਰਕੇ ਸਾਡਾ ਭਾਰਤੀ ਸੰਸਕ੍ਰਿਤੀ ਆ, ਇਹ ਮਰਦ ਪ੍ਰਧਾਨ ਸਮਾਜ ਹੈ। ਚਾਹੇ ਇੱਕ ਔਰਤ MLA ਬਲਜਿੰਦਰ ਕੌਰ ਹੋ ਜਾਵੇ, ਚਾਹੇ ਬਰਜਿੰਦਰ ਕੌਰ ਬਿਸਰਾਓ ਰਾਈਟਰ ਹੋ ਜਾਵੇ, ਕਿਤੇ ਨਾ ਕਿਤੇ ਉਹਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਹੀ ਪੈਂਦਾ। ਠੀਕ ਹੈ ਨਾ। ਤੇ ਜਿਹੜੀਆਂ ਤਾਂ ਔਰਤਾਂ ਹਾਰ ਜਾਂਦੀਆਂ ਨੇ, ਇਹਦੇ ਵਿੱਚ ਇਨਸਲਟ ਫੀਲ ਕਰ ਜਾਂਦੀਆਂ ਨੇ, ਤੇ ਉਹ ਔਰਤਾਂ ਘਾਤਕ ਕਦਮ ਚੁੱਕ ਲੈਂਦੀਆਂ ਨੇ, ਦੇ ਕਮਿਟ ਸੁਸਾਈਡ। ਜਿਹੜੀਆਂ ਔਰਤਾਂ ਸਟਰੋਂਗ ਰਹਿੰਦੀਆਂ ਨੇ ਉਹ ਅਗਾਂਹ ਇਸ ਤੋਂ ਵੀ ਵੱਧ ਪੋਲਿਸ਼ਡ ਨਿਕਲਦੀਆਂ ਨੇ। ਔਰ ਕਿਉਂਕਿ ਜਿਹੜੀ ਇਹ ਔਰਤ ਦੀ ਸਥਿਤੀ ਆ ਨਾ ਸਾਡੇ ਸਮਾਜ ਦੇ ਵਿੱਚ, ਚਾਹੇ ਮਰਦ ਪ੍ਰਧਾਨ ਸਮਾਜ ਆ, ਉਹਦੇ ਪਿੱਛੇ ਔਰਤ ਹੀ ਖੜੀ ਆ। ਅੱਜ ਅਗਰ ਇੱਕ ਔਰਤ ਇੱਕ ਆਪਣੇ ਹਸਬੈਂਡ ਦੇ ਨਾਲ ਹੈਪੀਲੀ ਰਹਿ ਰਹੀ ਆ, ਤੇ ਜਿਹੜੀ ਬਾਹਰ ਉਹ ਬੇਗਾਨੀ ਔਰਤ ਆ ਲੈ ਕੇ ਘੁੰਮ ਰਹੀ ਆ ਉਹਦੇ ਹਸਬੈਂਡ ਨੂੰ, ਉਹ ਵੀ ਔਰਤ ਹੈ। ਉਹ ਉਸ ਔਰਤ ਦਾ ਘਰ ਖਰਾਬ ਕਰ ਰਹੀ ਆ। ਇੱਕ ਔਰਤ ਨੂੰਹ ਬਣ ਕੇ ਕਰ ਰਹੀ ਆ ਘਰ ਖਰਾਬ, ਇੱਕ ਔਰਤ ਸੱਸ ਬਣ ਕੇ ਕਰ ਰਹੀ ਆ। ਠੀਕ ਹੈ ਨਾ। ਇਹ ਮਤਲਬ ਇਹ ਜਿਹੜੀ ਹੈਗੀ ਔਰਤ ਦਾ, ਅਸਲ ਵਿੱਚ ਇਹ ਔਰਤ ਹੀ ਜ਼ਿੰਮੇਵਾਰ ਹੈ।
ਤੇ ਇਸ ਕਰਕੇ ਔਰਤ ਨੂੰ ਆਪਾਂ ਡਿਸਕ੍ਰਾਈਬ ਕਿਸ ਤਰ੍ਹਾਂ ਕਰਦੀ ਹੈ, ਔਰਤ ਦੇਵੀ ਵੀ ਆ ਜੀ ਹੈ ਨਾ, ਔਰਤ ਪੂਜੀ ਵੀ ਜਾਂਦੀ ਆ। ਤੇ ਸਾਡੇ ਸਮਾਜ ਦੇ ਵਿੱਚ ਔਰਤ ਦਾ ਸਭ ਤੋਂ ਵੱਧ ਜਿੰਨੇ ਬਲਾਤਕਾਰ ਹੁੰਦੇ ਆ, ਮੈਨੂੰ ਲੱਗਦਾ ਸਾਡੇ ਸਮਾਜ ਦੇ ਵਿੱਚ ਹੀ ਹੁੰਦੇ ਆ, ਸਾਡੇ ਦੇਸ਼ ਦੇ ਵਿੱਚ ਹੀ ਹੁੰਦੇ ਆ, ਠੀਕ ਹੈ ਨਾ। ਤੇ ਔਰਤ ਖੁਦ ਹੋ ਕੇ ਔਰਤ ਨੂੰ, ਲੜਕੀ ਨੂੰ ਜਨਮ ਨਹੀਂ ਦੇਣਾ ਚਾਹੁੰਦੀ, ਜਨਮ ਨਹੀਂ ਨਾ ਦੇਣਾ ਚਾਹੁੰਦੀ ਹੈਗੀ। ਉਹ ਕਹਿੰਦੀ ਹੈ ਕਿ ਕਿਉਂ ਹੋ ਗਈ, ਹਜੇ ਹੁਣ ਥੋੜਾ ਜਿਹਾ ਜ਼ਮਾਨਾ ਚਾਹੇ ਬਦਲ ਗਿਆ, ਪਰ ਜਿਹੜੀ ਤੁਸੀਂ ਮੇਰੀ ਕਵਿਤਾ ਔਰਤ ਦੀ ਚੁੱਪ ਪੜ੍ਹੋਗੇ ਨਾ, ਉਹਦੇ ਵਿੱਚ ਤੁਹਾਨੂੰ ਉਹਦੇ ਜਵਾਬ ਮਿਲ ਜਾਣਗੇ ਇਸ ਗੱਲ ਦੇ ਪੂਰੀ ਦੇ, ਕਿ ਵੀ ਔਰਤ ਦੀ ਚੁੱਪ ਦਾ ਕਾਰਨ ਕੀ ਹੁੰਦਾ ਵਾ। ਕਿਉਂਕਿ ਜੇ ਔਰਤ ਦੇ ਉੱਤੇ ਕੋਈ ਹਿੰਸਾ ਹੋ ਰਹੀ ਆ, ਉਹ ਔਰਤ ਕੁਛ ਆਪਣਾ ਬਹਾਦਰੀ ਦਾ ਕਦਮ ਦਿਖਾਉਂਦੀ ਆ, ਨਾ ਤਾਂ ਉਹਨੂੰ ਸਾਡਾ ਸਮਾਜ ਸਪੋਰਟ ਕਰਦਾ। ਜੇ 3 ਉਂਗਲਾਂ ਉਹਦੇ ਹਸਬੈਂਡ ਵੱਲ ਨੂੰ ਕਰਨਗੇ ਨਾ, 2 ਉਹਦੇ ਵੱਲ ਨੂੰ ਕਰਨਗੇ, ਕਹਿਣਗੇ ਉਹ ਲੈ ਆਏ ਕਿਵੇਂ ਆ। ਉਹ ਔਰਤਾਂ ਜਿਹੜੀਆਂ ਦੂਜੀਆਂ ਔਰਤਾਂ ਹੁੰਦੀਆਂ ਨਾ, ਆਪਣੇ ਆਪ ਨੂੰ ਬਹਾਦਰ ਦੱਸਣਗੀਆਂ ਵੀ ਮੈਂ ਆਪਣਾ ਘਰ ਸੰਵਾਰ ਲਿਆ, ਤੇ ਇਹ ਔਰਤ ਆ ਜਿਹੜੀ ਇਹ ਬੇਵਕੂਫ ਆ, ਜਿਹੜੀ ਆਪਣਾ ਆਦਮੀ ਨਹੀਂ ਸੰਭਾਲ ਸਕੀ, ਠੀਕ ਹੈ ਨਾ। ਤੇ ਜਿਹੜੀਆਂ ਬਾਕੀ ਦੀਆਂ ਮਤਲਬ ਤੁਸੀਂ ਕੋਈ ਵੀ ਦੇਖ ਲਓ ਉਦਾਹਰਨਾਂ, ਕਿੰਨੀਆਂ ਕੁ ਉਦਾਹਰਨਾਂ ਆਪਾਂ ਦੇਖ ਲਈ ਜ਼ਿੰਦਗੀ ਦੇ ਵਿੱਚੋਂ ਮਿਲਦੀਆਂ ਨੇ ਆਪਾਂ ਨੂੰ, ਜਿਹੜੀਆਂ ਔਰਤ ਹੀ ਔਰਤ ਨੂੰ ਪਿੱਛੇ ਸਿੱਟ ਰਹੀਆਂ ਨੇ, ਧੱਕ ਰਹੀਆਂ ਨੇ, ਠੀਕ ਹੈ ਨਾ। ਇਸ ਕਰਕੇ ਹਮੇਸ਼ਾ ਸੈਲਫ ਔਰਤ ਬਣੋ, ਠੀਕ ਹੈ। ਸੈਲਫ ਦੇ ਵਿੱਚ ਬਣੋਗੇ ਤਾਂ ਤੁਸੀਂ ਪੋਲਿਸ਼ ਹੁੰਦੇ ਜਾਓਗੇ। ਰੁਕਾਵਟਾਂ ਬਹੁਤ ਆਉਂਦੀਆਂ ਨੇ, ਰੁਕਾਵਟਾਂ ਨੂੰ ਪਾਰ ਕਰਕੇ ਹੀ ਬੰਦਾ ਅਗਾਂਹ ਨਿਕਲਦਾ ਵਾ। ਤੇ ਜੇ ਇਸ ਤਰ੍ਹਾਂ ਆਪਾਂ ਸਿੱਧੇ ਹੀ ਤੁਰੇ ਗਏ ਤਾਂ ਫਿਰ ਤਾਂ ਕੋਈ ਮਜ਼ਾ ਵੀ ਨਹੀਂ ਆਉਂਦਾ ਤੁਰੇ ਫਿਰਦਾ, ਜਿੰਨਾ ਚਿਰ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ, ਠੋਕਰ ਹੀ ਨਹੀਂ ਲੱਗੀ ਕਿ ਵੀ ਹਾਂ, ਫਿਰ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਰਸਤੇ 'ਚ ਪੱਥਰ ਵੀ ਹੁੰਦੇ ਨੇ, ਠੀਕ ਹੈ ਨਾ। ਹਾਂ, ਕਿਉਂਕਿ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਵੀ ਉਨੇ ਹੀ ਜ਼ਿਆਦਾ ਜ਼ਰੂਰੀ ਨੇ ਜਿੰਨੇ ਆਪਾਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਹੋਰ ਬਿਹਤਰ ਹੋਵੇ। ਹਾਂਜੀ ਹਾਂਜੀ, ਬਿਲਕੁਲ। ਉਤਰਾਅ ਚੜਾਅ ਤਾਂ ਆਉਂਦੇ ਹੀ ਹੁੰਦੇ ਨੇ, ਇਹ ਤਾਂ ਦਿਸ ਇਜ਼ ਪਾਰਟ ਆਫ ਲਾਈਫ। ਇਹਨਾਂ ਨੂੰ ਤਾਂ ਆਪਾਂ ਪਾਰ ਕਰਨਾ, ਇਹਨਾਂ ਨੂੰ ਚਾਹੇ ਤੁਸੀਂ ਇੱਕ ਮਤਲਬ ਇੰਜੋਏ ਕਰਦੇ ਹੋਏ ਪਾਰ ਕਰ ਲਓ, ਚਾਹੇ ਰੋ ਪਿੱਟ ਕੇ ਕਰ ਲਓ। ਜ਼ਿੰਦਗੀ ਤਾਂ ਕੱਟਣੀ ਹੀ ਕੱਟਣੀ ਹੁੰਦੀ ਹੈ ਸਾਰਿਆਂ ਨੇ, ਠੀਕ ਹੈ ਨਾ। ਇਸ ਤੋਂ ਬੈਟਰ ਹੈ ਕਿ ਤੁਹਾਨੂੰ ਕੋਈ, ਚਲੋ ਸਪੋਜ਼ ਮੈਂ ਕਰਦੀ ਹਾਂ ਕਿ ਪ੍ਰਦੀਪ ਨੇ ਮੈਨੂੰ ਹਰਟ ਕਰ ਦਿੱਤਾ, ਪ੍ਰਦੀਪ ਸਾਈਡ ਤੇ ਹੋਈ, ਆਪਾਂ ਇੰਜੋਏ ਕਰੋ ਆਪਣੀ ਲਾਈਫ। ਪ੍ਰਦੀਪ ਗਈ ਨਾ ਉਧਰ ਨੂੰ, ਠੀਕ ਹੈ ਨਾ। ਤੇ ਆਪਾਂ ਹੁਣ ਮੈਂ ਇਕੱਲੀ ਆ ਨਾ, ਲੈਟ ਮੀ ਇੰਜੋਏ ਮਾਈ ਲਾਈਫ, ਬਸ ਇੰਨਾ ਹੀ ਫਰਕ ਹੈ। ਹਾਂ, ਜੇ ਹੁਣ ਪ੍ਰਦੀਪ ਹਰਟ ਕਰਕੇ ਚਲੀ ਗਈ ਤਾਂ ਮੈਂ ਇੱਥੇ ਬੈਠ ਕੇ ਰੋਈ ਜਾਵਾਂ, ਉਧਰੋਂ ਕੋਈ ਆਊਗਾ ਉਹਨੂੰ ਕਹਾਂ ਮੈਂ ਪ੍ਰਦੀਪ ਹਰਟ ਕਰਕੇ ਚਲੀ ਗਈ, ਉਹ ਪ੍ਰਦੀਪ ਦਾ ਹਰਟ ਕੀਤਾ ਹੋਇਆ ਬਾਰ-ਬਾਰ ਵੱਧਦਾ ਉਹ ਜਿਹੜੇ ਵੱਧ ਜਾਂਦਾ। ਤੇ ਇਹ ਚੀਜ਼ ਹੈ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੇ ਲਈ, ਤੇ ਉਮੀਦ ਕਰਦੇ ਹਾਂ ਕਿ ਜਿਹੜੀ ਆ ਦਰਸ਼ਕਾਂ ਨੂੰ ਇਹ ਜਿਹੜੀ ਗੱਲਬਾਤ ਵੀ ਬਿਲਕੁਲ ਚੰਗੀ ਲੱਗੀ ਹੋਵੇਗੀ, ਕਿਉਂਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਲਾਈਫ ਜੀ ਰਹੇ ਨੇ, ਜਾਂ ਫਿਰ ਉਹਨਾਂ ਔਰਤਾਂ ਨੂੰ ਆਪਣੀ ਇਹ ਬਾਰੇ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜੀ ਗੱਲਬਾਤ ਚੰਗੀ ਲੱਗੀ ਹੋਵੇਗੀ। ਫਿਲਹਾਲ ਦੇ ਲਈ ਇੰਨਾ ਹੀ, ਧੰਨਵਾਦ।